विघन विनाशन सो। श्री वाहिगुरु जी की फतेह है। विघन विनाशन सोए सुखो होटल गुरु सेव अहनिस सहज सुभाय। वाहिगुरु जय। दर्शन परसया गुरु कै जन्म मरण दुख जाए। आगे जिम जानो तिम करहो। चतुर वर्ण पर निज कर धरहो। सुन सतगुर बोले तिस काला। तुम्हें राज को मद गिरपाला। वाहिगुरु जी का खालसा वाहिगुरु जी की फतेह। परम सन्मानयोग सतगुरां दी साजी नवाजी गुरु की संगत। आप संगतां ने गुरु दरबारे अंदर बैठ के गुरबानी दे रस भिन्ने कीर्तन शब्द सरवण कीते। धन गुरु गोबिंद सिंह महाराज दे जीवन दी आपां कथा सरवण कर रहे हाँ। सतगुरां दे कोल ਜਿਹੜੇ ਪਹਾੜੀ ਰਾਜੇ ਨੇ ਉਹਨਾਂ ਦਾ ਵਾਰਤਾਲਾਪ ਬਚਨ ਵਿਲਾਸ ਹੋ ਰਿਹਾ। ਸਤਿਗੁਰਾਂ ਨੂੰ ਬੇਨਤੀ ਵੀ ਕਰਦੇ ਕਿ ਮਹਾਰਾਜ ਅਸੀਂ ਤੁਹਾਡੇ ਸਿੱਖ ਬਣਨ ਵਾਸਤੇ ਤਿਆਰ ਹਾਂ, ਪਰ ਸਾਡੀਆਂ ਕੁਝ ਸ਼ਰਤਾਂ ਨੇ ਕਿ ਅਸੀਂ ਅੰਮ੍ਰਿਤ ਵੱਖਰਾ ਛਕਣਾ ਚਾਹੁੰਦੇ ਹਾਂ, ਸਾਰਿਆਂ ਦੇ ਨਾਲ ਬਾਟਾ ਸਾਂਝਾ ਨਹੀਂ ਕਰਾਂਗੇ, ਨਾ ਹੀ ਅਸੀਂ ਕੇਸ ਧਾਰਨ ਕਰਾਂਗੇ। ਐਸੇ ਕੁਝ ਸਾਡੇ ਵਿਚਾਰ ਨੇ। ਜੇ ਤੁਹਾਨੂੰ ਸਾਡੀਆਂ ਇਹ ਗੱਲਾਂ ਮਨਜ਼ੂਰ ਨੇ ਤੇ ਫਿਰ ਅਸੀਂ ਤੁਹਾਡੇ ਸਿੱਖ ਬਣ ਜਾਂਦੇ, ਅੰਮ੍ਰਿਤ ਛਕਾਂਗੇ, ਪਰ ਸਾਡੇ ਵੱਲੋਂ ਵੀ ਕੁਝ ਬੇਨਤੀਆਂ ਉਹ ਮੰਨੀਆਂ ਜਾਣ ਤੇ ਫਿਰ ਛਕਾਂਗੇ। ਖੰਡੇ ਬਾਟੇ ਦੀ ਪਹੁਲ ਲੈਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੈ। ਬਾਕੀ ਧਰਮਾਂ ਦੇ ਵਿੱਚ ਇਹ ਲਾਲਚ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਅੰਗੂਰਾਂ ਦੀ ਸ਼ਰਾਬ ਮਿਲੇਗੀ, ਅਪਸ਼ਰਾ ਦੇ ਨਾਲ ਵਿਆਹ ਹੋ ਜਾਣਗੇ, ਭਿਸਵੇ ਚਲੇ ਜਾਓਗੇ, ਸਵਰਗ ਵਿੱਚ ਚਲੇ ਜਾਓਗੇ, ਇਸ ਦੇਵਤੇ ਦੀ ਪ੍ਰਾਪਤੀ ਹੋ ਜਾਏਗੀ। ਇਹ ਲਾਲਚ ਦਿੱਤਾ ਜਾਂਦਾ। ਸਾਡੇ ਧਰਮ ਵਿੱਚ ਆ ਜਾਓ। ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਇਹ ਗੱਲ ਕਹਿੰਦਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਥਲੀ ਗਲੀ ਮੇਰੀ ਆਓ। ਇੱਥੇ ਇਹ ਨਹੀਂ ਕਿਹਾ ਜਾਣਾ ਵੀ ਤੈਨੂੰ ਆਹ ਕੁਝ ਮਿਲੇਗਾ, ਆਹ ਲਾਲਚ ਮਿਲਣਗੇ ਤੇ ਤੂੰ ਸਾਡੇ ਵਾਲੇ ਪਾਸੇ ਰਲ ਜਾ। ਇੱਥੇ ਦੇ ਬਚਨ ਇਹ ਕਿਹਾ ਜਾਂਦਾ ਵੀ ਤੂੰ ਗੁਰੂ ਵਾਲਾ ਬਣਨ ਵਾਸਤੇ ਆਇਆ ਹੈ ਤੇ ਸਾਰਿਆਂ ਤੋਂ ਪਹਿਲਾਂ ਮੌਤ ਨੂੰ ਮਨਜ਼ੂਰ ਕਰ। ਦੁਨੀਆ ਦੇ ਵਿੱਚ ਹਰੇਕ ਵਿਅਕਤੀ ਨੇ ਤਪ ਤੇ ਭਾਵੇਂ ਬੇਅੰਤ ਕੀਤਾ। ਰਾਵਣ ਨੇ, ਹਰਨਾਕਸ਼ ਨੇ, ਹੋਰ ਕਈਆਂ ਨੇ ਕੀਤਾ। ਤਪ ਕਰਨ ਤੋਂ ਮਗਰੋਂ ਮੰਗਿਆ ਇਹ ਵੀ ਸਾਨੂੰ ਮੌਤ ਨਾ ਆਵੇ, ਮਰੀਏ ਨਾ। ਸਤਿਗੁਰੂ ਕਹਿਣ ਲੱਗੇ ਕਿਤੇ ਅੰਮ੍ਰਿਤ ਛਕਣ ਵੇਲੇ ਇਹ ਨਾ ਰੱਖ ਲਈ ਸਾਹਮਣੇ ਵੀ ਮੈਂ ਅੰਮ੍ਰਿਤ ਤਾਂ ਛਕਾਂਗਾ ਮੈਨੂੰ ਮੌਤ ਨਾ ਆਵੇ। ਇੱਥੇ ਜ਼ਿੰਦਗੀ ਦਾ ਕੋਈ ਲਾਲਚ ਨਹੀਂ ਹੈ, ਜਿਉਣ ਦਾ ਵੀ ਲਾਲਚ ਨਹੀਂ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਗੁਰੂ ਵਾਲਾ ਬਣਨਾ ਹੈ, ਪਹਿਲਾਂ ਮੌਤ ਕਬੂਲ ਕਰ। ਦੂਜਿਆਂ ਧਰਮਾਂ ਦੇ ਵਿੱਚ ਰਾਵਣ ਕਹਿੰਦਾ ਹੈ ਕਿ ਮੈਨੂੰ ਕੋਈ ਮਾਰ ਨਾ ਸਕੇ। ਹਰਨਾਕਸ਼ ਕਹਿੰਦਾ ਮੈਨੂੰ ਦਿਨੇ ਰਾਤ ਮੌਤ ਆਵੇ ਨਾ। ਹੁਣ ਰਾਵਣ ਤੇ ਗੁਰਮੁਖੋ ਧਾਰਮਿਕ ਵਿਦਵਾਨ ਹੈ ਨਾ, ਗ੍ਰੰਥ ਪੜ੍ਹਿਆ ਹੋਇਆ, ਬੜੀ ਜ਼ਿਆਦਾ ਜਾਣਕਾਰੀ ਰੱਖਦਾ, ਧਾਰਮਿਕ ਗ੍ਰੰਥਾਂ ਦੀ ਵਰ ਮੰਗਦਾ ਪਿਆ ਮੌਤ ਨਾ ਆਵੇ। ਹਰਨਾਕਸ਼ ਨੇ ਬੜਾ ਤਪ ਕੀਤਾ ਮੌਤ ਨਾ ਆਵੇ, ਪਰ ਮਹਾਰਾਜ ਕਹਿਣ ਲੱਗੇ ਗੁਰੂ ਕਿਆ ਸਿੱਖਾ, ਜੇ ਗੁਰੂ ਵਾਲਾ ਬਣਨਾ ਪਹਿਲਾਂ ਮਰਨ ਕਬੂਲ, ਪਹਿਲਾਂ ਮੌਤ ਨੂੰ ਕਬੂਲ ਕਰ। ਇੱਥੇ ਲਾਲਚ ਨਹੀਂ ਹੋ ਕੋਈ ਪ੍ਰਵਾਨ ਹੋਣਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਭੈਰ ਤਰੀਜੈ।
ਸਿਰ ਦੀਜੈ ਕਾਨ ਨਾ ਕੀਜੈ। ਸਿਰ ਦੇ ਕੇ, ਜੇ ਸਿਰ ਦੇ ਵੀ ਦਿੱਤਾ ਨਾ, ਕਿਤੇ ਬਣ ਜਾਵੇ ਸਬੱਬ ਬਣ ਜਾਵੇ ਵੀ ਸਿਰ ਦੇਣਾ ਹੀ ਪੈਣਾ, ਸਿਰ ਦੇਣ ਤੋਂ ਮਗਰੋਂ ਵੀ ਇਹ ਗਿਣਤੀ ਨਾ ਕਰੀ ਵੀ ਮੈਂ ਦੇ ਬੈਠਾ ਜਾਂ ਮੈਂ ਦਿੱਤਾ। ਹੋਏ ਨਿਮਾਣਾ ਜਗ ਰਹੋ, ਸੰਮਣ ਜਿਉ ਇਸ ਪ੍ਰੇਮ ਕੀ ਦਮ ਕਿਉ ਹੁਤੀ ਸਾਟ, ਰਾਵਣ ਹੁੰਤੇ ਸੋ ਰੰਕ ਨੈ ਜਿਨ ਸਿਰ ਦੀਨੇ ਘਾਟ। ਸਿਰ ਦੇ ਕੇ ਵੀ ਆਖਿਆ ਸੰਮਣ ਤੇ ਮੁਸਨ ਹੰਕਾਰ ਨਾ ਕਰਿਓ ਕਿ ਅਸੀਂ ਸਿਰ ਦਿੱਤਾ, ਤੁਹਾਡੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਸਿਰ ਦੇਣ ਵਾਲੇ ਦੁਨੀਆ ਤੇ ਆਏ ਤੇ ਚਲੇ ਗਏ। ਇੱਥੇ ਸਿਰ ਦੇ ਕੇ ਵੀ ਇਹ ਬਚਨ ਕੀਤਾ ਵੀ ਸਿਰ ਦੇ ਕੇ ਵੀ ਜਨਾਉਣਾ ਨਹੀਂ ਵੀ ਮੈਂ ਆਪਣਾ ਸੀਸ ਬਲੀਦਾਨ ਦਿੱਤਾ ਹੈ ਤਾਂ ਹੈ ਪ੍ਰਾਪਤੀ। ਇਹ ਸਤਿਗੁਰਾਂ ਨੇ ਅੰਮ੍ਰਿਤ ਦੀ ਮਰਿਆਦਾ ਵਿੱਚ ਕੋਈ ਫਰਕ ਨਹੀਂ ਪਾਇਆ। ਮਰਜ਼ੀ ਹੈ ਛਕ ਲਵੋ, ਮਰਜ਼ੀ ਨਾ ਛਕ ਲਓ, ਜ਼ੋਰ ਜ਼ਬਰਦਸਤੀ ਕਿਸੇ ਨਹੀਂ, ਪਰ ਮਰਿਆਦਾ ਨਾਲ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਪਰ ਇਹ ਰਾਜੇ ਕਹਿ ਰਹੇ ਨੇ ਅੰਮ੍ਰਿਤ ਛਕਾਂਗੇ, ਸਾਡੀਆਂ 2-3 ਸ਼ਰਤਾਂ ਨੇ ਉਹ ਮੰਨਣੀਆਂ ਪੈਣਗੀਆਂ। ਐਸੇ ਬਚਨ ਕਰਦੇ ਹਨ। ਆਗੇ ਜਿਮ ਜਾਨੋ ਤਿਮ ਕਰੋ। ਸਤਿਗੁਰੂ ਸਾਡੇ ਇਹ ਵਿਚਾਰ ਨੇ, ਜਿਵੇਂ ਅੱਗੋਂ ਤੁਹਾਡੀ ਮਰਜ਼ੀ ਹੈ, ਸਾਨੂੰ ਸਿੱਖ ਬਣਾਉਣਾ ਹੈ ਤੇ ਸਾਡੇ ਨਾਲ ਥੋੜਾ ਬਹੁਤਾ ਤੁਹਾਨੂੰ ਮਿਲਣਾ ਪਵੇਗਾ, ਸਾਡੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ। ਚਤੁਰ ਵਰਨ ਪਰ ਨਿਜ ਕਰ ਧਰੋ। ਸਤਿਗੁਰੂ ਪਾਤਸ਼ਾਹ ਜੀ ਤੁਸੀਂ 4 ਵਰਨਾਂ ਦੇ ਉੱਪਰ ਆਪਣਾ ਹੱਥ ਰੱਖਣ ਲੱਗੇ ਹੋ। ਖੱਤਰੀ, ਬ੍ਰਾਹਮਣ, ਸੂਦ, ਬੈਸ, ਇਹ 4 ਵਰਨ ਨੇ। ਭਾਵੇਂ ਕੋਈ ਖੱਤਰੀ ਹੈ, ਕੋਈ ਬ੍ਰਾਹਮਣ ਹੈ, ਕੋਈ ਸ਼ੂਦਰ ਹੈ, ਕੋਈ ਵੈਸ਼ ਹੈ, ਕੋਈ ਵੀ ਸਿੱਖ ਬਣ ਸਕਦਾ। ਤੁਸੀਂ 4 ਵਰਨਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖਣ ਦੀ ਸਮਰੱਥਾ ਰੱਖਦੇ ਹੋ। ਸੁਨ ਸਤਿਗੁਰ ਬੋਲੇ ਤਿਸ ਕਲ। ਸਤਿਗੁਰਾਂ ਨੇ ਸੁਣੇ ਬਚਨ ਇਹਨਾਂ ਰਾਜਿਆਂ ਦੇ ਤੇ ਮਹਾਰਾਜ ਫਿਰ ਅੱਗੋਂ ਉੱਤਰ ਦਿੰਦੇ ਹਨ। ਮਹਾਰਾਜ ਕੋ ਮਦ ਗਿਰਪਾਲਾ। ਬੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀ ਨੀਂਦ। ਅਸੀਂ ਕੀ ਕਰਦੇ ਹਾਂ, ਬੰਦਾ ਮਾੜਾ ਹੋਵੇ ਚੰਗਾ ਹੋਵੇ, ਅਸੀਂ ਮੂੰਹ ਤੇ ਕਹਿ ਦਿੰਦੇ ਵੀ ਤੂੰ ਬੜਾ ਚੰਗਾ, ਪਰ ਜਦੋਂ ਚਲੇ ਜਾਂਦਾ ਬਾਅਦ ਵਿੱਚ ਆਖੀਦਾ ਵੀ ਨਹੀਂ ਇਹ ਬੰਦੇ ਨੇ ਆਹ ਗੱਲ ਗਲਤ ਕਹੀ ਹੈ। ਉਹ ਬਾਅਦ ਵਿੱਚ ਕਹੀਦੀ ਹੈ, ਸਾਹਮਣੇ ਨਹੀਂ ਕਹਿੰਦੇ। ਸਾਡੇ ਮਨ ਵਿੱਚ ਇਹ ਆ ਵੀ ਸਾਡੇ ਨਾਲ ਕਿਤੇ ਵਿਗੜ ਨਾ ਜਾਵੇ। ਮਹਾਰਾਜ ਨੇ ਮੂੰਹ ਤੇ ਹੀ ਕਹਿ ਦਿੱਤਾ। ਉਹ ਸਤਿਗੁਰਾਂ ਨੂੰ ਕੋਈ ਪਰਵਾਹ ਨਹੀਂ ਹੈ ਵੀ ਰਾਜੇ ਭਾਵੇਂ ਸਾਡੇ ਸਿੱਖ ਬਣਨ ਤੇ ਭਾਵੇਂ ਨਾ ਬਣਨ। ਮਹਾਰਾਜ ਕਹਿੰਦੇ ਰਾਜਿਓ, ਗੁਰੂ ਦੇ ਅੱਗੇ ਸ਼ਰਤ ਨਹੀਂ ਰੱਖੀ ਦੀ। ਇਹ ਸ਼ਰਤ ਤੁਸੀਂ ਤਾਂ ਰੱਖੀ ਹੈ, ਤੁਹਾਡੇ ਮਨ ਦੇ ਵਿੱਚ ਰਾਜ ਦਾ ਨਸ਼ਾ ਹੈ ਕਿ ਅਸੀਂ ਰਾਜੇ ਹਾਂ, ਇਸ ਗੱਲ ਦਾ ਅਭਿਮਾਨ ਹੈ ਤੁਹਾਡੇ ਮਨ ਵਿੱਚ, ਤਾਂ ਗੁਰੂ ਕੋਲ ਆ ਕੇ ਸ਼ਰਤ ਰੱਖਦੇ ਹੋ ਵੀ ਅਸੀਂ ਕੇਸ ਨਹੀਂ ਰੱਖਾਂਗੇ ਤੇ ਅਸੀਂ ਦੂਜਿਆਂ ਨਾਲ ਬੈਠ ਕੇ ਅੰਮ੍ਰਿਤ ਨਹੀਂ ਛਕਾਂਗੇ। ਇਹ ਗੱਲਾਂ ਤਾਂ ਨਿਕਲੀਆਂ ਨੇ ਕਿਉਂਕਿ ਤੁਹਾਡੇ ਮਨ ਵਿੱਚ ਰਾਜ ਭਾਗ ਦਾ ਨਸ਼ਾ ਹੈ। ਤੁਸੀਂ ਰਾਜ ਦੇ ਨਸ਼ੇ ਵਿੱਚ ਅੰਨੇ ਹੋਏ ਹੋ। ਸਿੱਖ ਜੇ ਬਨਤ ਰਾਜ ਵੱਧ ਜਾਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਲੈਂਦਾ ਕੁਝ ਨਹੀਂ ਹੈ, ਗੁਰੂ ਦਿੰਦਾ ਹੀ ਹੈ। ਪਰ ਸਾਡੇ ਮਨ ਵਿੱਚ ਆਉਂਦਾ ਵੀ ਮੈਂ ਮੱਥਾ ਟੇਕਿਆ ਆ ਕੇ ਗੁਰੂ ਨੂੰ 10 ਰੁਪਏ ਦੇ ਕੇ ਚੱਲਿਆ, 20 ਦੇ ਕੇ ਚੱਲਿਆ। ਇਹ ਸਾਡੇ ਮਨ ਦੀ ਵਿਚਾਰ ਹੈ। ਗੁਰੂ ਲੈਂਦਾ ਕੁਝ ਨਹੀਂ ਹੈ, ਉਹ ਤੇ ਦਿੰਦਾ ਦੇ ਲੈਂਦੇ ਥਕ। ਪਰ ਕਿਤੇ ਇਹ ਨਹੀਂ ਲਿਖਿਆ ਮਿਲੇਗਾ ਵੀ ਪ੍ਰਮਾਤਮਾ ਜੀਵ ਦੇ ਕੋਲੋਂ ਕੁਝ ਲੈਂਦਾ। ਕੋਈ ਬੰਦਾ ਵਿਖਾ ਦੇਵੇ ਵੀ ਜਿੱਥੇ ਲਿਖਿਆ ਵੀ ਰੱਬ ਇਹ ਜੀਵ ਕੋਲੋਂ ਲੈਂਦਾ। ਰੱਬ ਨੂੰ ਕੇਵਲ ਇੱਕੋ ਹੀ ਭੁੱਖ ਹੈ। ਸਾਨੂੰ ਕਈ ਭੁੱਖਾਂ ਨੇ, ਪ੍ਰਮਾਤਮਾ ਨੂੰ ਭੁੱਖ ਇੱਕੋ ਹੀ ਹੈ। ਪ੍ਰਮਾਤਮਾ ਵੀ ਭੁੱਖਾ ਪਰ ਉਹ ਇੱਕੇ ਚੀਜ਼ ਦਾ ਹੀ ਹੈ। ਅਸੀਂ ਕਈ ਚੀਜ਼ਾਂ ਦੇ ਭੁੱਖੇ ਹਾਂ, ਘਰ ਬਾਹਰ, ਪਦਾਰਥ, ਵਸਤੂਆਂ, ਸੁੱਖ, ਆਰਾਮ, ਜੋ ਵੀ ਕੋਈ ਦੁਨੀਆ ਦਾ ਸਾਨੂੰ ਭੁੱਖ ਹੈ। ਪਰ ਪਰਮਾਤਮਾ ਨੂੰ ਕਿਸ ਗੱਲ ਦੀ ਭੁੱਖ ਹੈ? ਗੋਬਿੰਦ ਭਾਉ ਭਗਤ ਦਾ, ਉਹਨੂੰ ਪ੍ਰੇਮਾ ਭਗਤੀ ਦੀ ਭੁੱਖ ਲੱਗਦੀ ਹੈ ਵੀ ਮੇਰੇ ਨਾਲ ਕੋਈ ਪ੍ਰੇਮ ਕਰੇ। ਇਹ ਭੁੱਖ ਰਹਿੰਦੀ ਹੈ ਉਹਨੂੰ, ਇਹਦੇ ਬਿਨਾਂ ਉਹਨੂੰ ਭੁੱਖ ਕੋਈ ਨਹੀਂ ਹੈ। ਅਸੀਂ ਕਈ ਵਾਰੀ ਸੋਚ ਲੈਂਦੇ ਹਾਂ ਵੀ ਮੈਂ 10 ਰੁਪਏ ਗੁਰੂ ਨੂੰ, 20 ਰੁਪਏ, 100 ਰੁਪਇਆ ਦੇ ਕੇ ਚੱਲਿਆ। ਪਰ ਮਹਾਰਾਜ ਕਹਿਣ ਲੱਗੇ ਤੂੰ ਦੇ ਕੁਝ ਨਹੀਂ ਸਕਦਾ। ਦਿੰਦਾ ਤੈਨੂੰ ਉਹ ਪਿਆ, ਤੂੰ ਉਹਦੇ ਦਿੱਤੇ ਵਿੱਚੋਂ ਕੁਝ ਆਪਣੀ ਸ਼ਰਧਾ ਦੇ ਕੇ ਚੱਲਿਆ। ਦਿੰਦਾ ਦੇ ਲੈਂਦੇ ਥਕ। 10 ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨਾ ਦੇ। 10 ਵੀ ਹਰ ਤੂੰ 10 ਰੁਪਏ ਟੇਕ ਕੇ ਆਖਿਆ ਵੀ ਮੈਂ ਟੇਕੇ, ਪਰ ਜੇ ਤੇਰੇ 10 ਰੁਪਏ ਉਹ ਕਿਸਮਤ ਵਿੱਚ ਲਿਖੇ ਹੀ ਨਾ, ਤੈਨੂੰ ਮਿਲਣੀ ਨਾ, ਤੈਨੂੰ ਮਿਲਣਗੇ ਨਹੀਂ ਤੇ ਤੂੰ ਕਿੱਥੋਂ ਦੇਵੇਂਗਾ? ਦੇਵੇਂਗਾ ਤਾਂ ਜੇ ਤੈਨੂੰ ਮਿਲੇ ਨਾ। ਇਨਸਾਨ ਪਰਮਾਤਮਾ ਨੂੰ ਕੁਝ ਨਹੀਂ ਦੇ ਸਕਦਾ, ਪਰਮਾਤਮਾ ਇਨਸਾਨ ਨੂੰ ਸਭ ਕੁਝ ਦਿੰਦਾ ਹੈ।
ਉਹਨੂੰ ਭੁੱਖ ਕੇਵਲ ਇੱਕ ਪਿਆਰ ਦੀ ਹੈ, ਪਿਆਰ ਤੋਂ ਬਿਨਾਂ ਉਹਨੂੰ ਭੁੱਖ ਕਿਸੇ ਚੀਜ਼ ਦੀ ਨਹੀਂ ਹੈ। ਪਰ ਅਸੀਂ ਸੋਚ ਲੈਂਦੇ ਹਾਂ ਵੀ ਸ਼ਾਇਦ ਮੈਂ ਗੁਰੂ ਨੂੰ ਦੇ ਕੇ ਚੱਲਿਆ। ਮਹਾਰਾਜ ਕਹਿਣ ਲੱਗੇ, ਰਾਜਿਓ ਅੱਜ ਬਚਨ ਮੰਨ ਲੈਂਦੇ, ਤੁਹਾਡਾ ਰਾਜ ਭਾਗ ਅੱਜ ਹੀ ਵਧਾ ਦੇਣਾ ਸੀ। ਜਿੰਨੀਆਂ ਜਿੰਨੀਆਂ ਛੋਟੀਆਂ ਛੋਟੀਆਂ ਰਿਆਸਤਾਂ ਵਿੱਚ ਗੁਜ਼ਾਰਾ ਕਰਦੇ ਪਏ ਹੋ, ਅੱਜ ਤੁਹਾਨੂੰ ਵੱਡੇ ਰਾਜੇ ਅਸੀਂ ਬਣਾ ਦੇਣਾ ਸੀ। ਇਹ ਸਮਰੱਥਾ ਹੈ ਗੁਰੂ ਦੇ ਵਿੱਚ, ਇਹ ਦਾਤਾਂ ਤੁਹਾਨੂੰ ਮਿਲ ਜਾਣੀਆਂ ਸਨ। ਬਲ ਕਰ ਲੀਨ ਕਹਿਤ ਗਰਵਾਤੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੇ ਤੁਹਾਨੂੰ ਇਹ ਚੀਜ਼ਾਂ ਅਸੀਂ ਦੇ ਵੀ ਦਿੰਦੇ ਨਾ, ਤੇ ਤੁਸੀਂ ਕਹਿਣਾ ਸੀ ਅਸੀਂ ਆਪਣੀ ਤਾਕਤ ਨਾਲ ਲਿਆ। ਜੇ ਅਸੀਂ ਤੁਹਾਨੂੰ ਰਾਜ ਦੇ ਵੀ ਦਿੰਦੇ, ਜਿਹਦਾ ਇੱਕ ਜ਼ਿਲ੍ਹੇ ਦਾ ਰਾਜ ਮੰਨ ਲਓ, ਉਹਨੂੰ 2 ਜ਼ਿਲ੍ਹੇ ਦੇ ਦਿੰਦੇ, ਕਿਉਂਕਿ ਰਿਆਸਤਾਂ ਵੱਖੋ ਵੱਖਰੇ ਇਲਾਕੇ ਨੇ ਨਾ। ਜਿਵੇਂ ਪਟਿਆਲਾ ਰਿਆਸਤ ਹੈ, ਨਾਭਾ, ਇਸੇ ਤਰ੍ਹਾਂ ਜੀਂਦ ਰਿਆਸਤ ਹੈ, ਇਹ ਰਿਆਸਤਾਂ ਸਨ। ਕੈਂਥਲ ਰਿਆਸਤ ਹੈ, ਇਸੇ ਤਰ੍ਹਾਂ ਕਰਪੂਥਲਾ, ਫਰੀਦਕੋਟ, ਇਹ ਰਿਆਸਤਾਂ ਦੇ ਹੀ ਨਾਮ ਸਨ। ਵੱਖ ਵੱਖ ਰਾਜੇ ਇਹਨਾਂ ਛੋਟੇ ਛੋਟੇ ਇਲਾਕਿਆਂ ਵਿੱਚ ਰਾਜ ਕਰਦੇ। ਸਤਿਗੁਰੂ ਕਹਿੰਦੇ, ਜੇ ਤੁਹਾਨੂੰ ਰਾਜ ਦੇ ਵੀ ਦਿੰਦੇ ਨਾ ਅਸੀਂ, ਤੁਸੀਂ ਵੱਡੇ ਰਾਜੇ ਬਣ ਵੀ ਜਾਂਦੇ। ਮੰਨ ਲਓ ਵੀ ਹੁਣ ਤੁਸੀਂ ਇੱਕ ਜ਼ਿਲ੍ਹੇ ਦੇ ਰਾਜੇ ਹੋ, ਫਿਰ ਤੁਸੀਂ ਪੂਰੇ ਪੰਜਾਬ ਦੇ ਰਾਜੇ ਮੰਨ ਲਓ ਬਣ ਜਾਓ, ਤੇ ਤੁਸੀਂ ਫਿਰ ਵੀ ਇਹ ਨਹੀਂ ਸੀ ਕਹਿਣਾ ਵੀ ਇਹ ਸਾਨੂੰ ਮਹਾਰਾਜ ਨੇ ਦਿੱਤਾ। ਤੁਸੀਂ ਕਹਿਣਾ ਸੀ ਇਹ ਤਾਂ ਮੈਂ ਆਪਣੀ ਤਾਕਤ ਨਾਲ ਲਿਆ, ਕਿਉਂਕਿ ਤੁਹਾਡੇ ਮਨ ਵਿੱਚ ਹੰਕਾਰ ਹੈ। ਤੁਸੀਂ ਹੰਕਾਰ ਵਿੱਚ ਆ ਕੇ ਗੁਰੂ ਦੀ ਦਿੱਤੀ ਦਾਤ ਨੂੰ ਗੁਰੂ ਦੀ ਦਾਤ ਨਹੀਂ ਸੀ ਸਮਝਣਾ। ਤੁਸੀਂ ਸਮਝਣਾ ਸੀ ਵੀ ਇਹ ਮੈਂ ਆਪਣੀ ਸਿਆਣਪ ਦੇ ਨਾਲ ਲਈ ਹੈ, ਇਹ ਮੈਂ ਤਾਕਤ ਨਾਲ ਲਈ ਹੈ। ਤੁਹਾਡੇ ਮਨ ਵਿੱਚ ਇਹ ਮਾਣ ਫਿਰ ਵੀ ਰਹਿਣਾ ਸੀ, ਭਾਵੇਂ ਅਸੀਂ ਤੁਹਾਨੂੰ ਦੇ ਵੀ ਦਿੰਦੇ, ਤੁਸੀਂ ਲੈ ਕੇ ਵੀ ਕਹਿਣਾ ਸੀ ਗੁਰੂ ਨੇ ਨਹੀਂ ਦਿੱਤਾ, ਇਹ ਮੈਂ ਸਿਆਣਪ ਦੇ ਨਾਲ ਲੈ ਲਿਆ ਹੈ। ਦਇਓ ਗੁਰੂ ਕੋ ਜਾਣਤ ਨਾਹੀ। ਤੁਸੀਂ ਇਹ ਨਹੀਂ ਸੀ ਜਾਣਨਾ ਵੀ ਗੁਰੂ ਨੇ ਦਿੱਤਾ, ਇਹ ਤੁਹਾਡੇ ਮਨ ਦਾ ਮਾਣ ਹੈ। ਰਾਜ ਪੁਸ਼ਤ ਕੋ ਮਦ ਚਿਤ ਮਾਹੀ। ਕਿਉਂਕਿ ਤੁਹਾਡੇ ਪੁਸ਼ਤਾਂ ਤੋਂ ਹੀ ਰਾਜੇ ਹੋ ਨਾ ਤੁਸੀਂ, ਇਸ ਗੱਲ ਦਾ ਤੁਹਾਨੂੰ ਮਾਣ ਹੈ। ਇੱਕ ਵਿਅਕਤੀ ਗਰੀਬੀ ਚੋਂ ਨਿਕਲਿਆ ਨਾ, ਉਹਨੂੰ ਕਿਤੇ ਨਾ ਕਿਤੇ ਆਪਣਾ ਫਿਰ ਵੀ ਉਹ ਗਰੀਬੀ ਵਾਲਾ ਸਮਾਂ ਚੇਤੇ ਆ ਹੀ ਜਾਂਦਾ। ਭਾਵੇਂ ਉਹ ਅਮੀਰ ਬਣ ਵੀ ਜਾਵੇ, ਮਾਇਆ ਵਾਲਾ ਬਣ ਜਾਵੇ, ਸਾਰੇ ਪਦਾਰਥ ਮਿਲ ਜਾਣ, ਵਸਤੂਆਂ ਮਿਲ ਜਾਣ, ਪਰ ਕਦੇ ਨਾ ਕਦੇ ਉਹ ਮਾੜਾ ਵਕਤ ਵੀ ਚੇਤੇ ਆ ਜਾਂਦਾ ਵੀ ਮੈਂ ਇਸ ਤਰ੍ਹਾਂ ਦਾ ਸੀ, ਮੈਨੂੰ ਰੱਬ ਨੇ ਦਿੱਤਾ, ਚਲੋ ਮੈਂ ਕੁਝ ਨਾ ਕੁਝ ਭਲਾ ਕਰਾਂ। ਪਰ ਜਿਹੜਾ ਬੰਦਾ ਪੁਸ਼ਤਾਂ ਤੋਂ ਹੀ ਰਾਜਾ, ਮੰਨ ਲਓ ਦਾਦਾ ਰਾਜਾ, ਪਿਓ ਰਾਜਾ, ਅੱਗੇ ਪੋਤਰਾ ਰਾਜਾ, ਪੁਸ਼ਤਾਂ ਤੋਂ ਹੀ ਰਾਜ ਮਿਲਿਆ, ਉਹਨੂੰ ਫਿਰ ਹੰਕਾਰ ਹੋਰ ਵੱਧਦਾ, ਕਿਉਂਕਿ ਉਹਨੇ ਕਦੇ ਗਰੀਬੀ ਨਹੀਂ ਵੇਖੀ, ਕਦੇ ਦੁੱਖ ਨਹੀਂ ਵੇਖਿਆ, ਕਦੇ ਮੁਸੀਬਤ ਨਹੀਂ ਵੇਖੀ ਹੈ। ਇਸ ਕਰਕੇ ਉਹਦੇ ਮਨ ਵਿੱਚ ਹੰਕਾਰ ਵੱਧ ਜਾਂਦਾ ਹੈ। ਤੁਸੀਂ ਵੀ ਪੁਸ਼ਤਾਂ ਤੋਂ ਹੀ ਰਾਜੇ ਹੋ, ਇਸ ਕਰਕੇ ਤੁਹਾਡੇ ਮਨ ਵਿੱਚ ਮਾਣ ਹੈ। ਚਾਰੋਂ ਵਰਨ ਰੰਕ ਜੇ ਲੈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਚਾਰੇ ਵਰਨ ਭਾਵੇਂ ਗਰੀਬ ਕੰਗਾਲ ਹੋਣਾ ਕਰਨ, ਸਭ ਵਿਦ ਕੋ ਸਮਾਜ ਬਿਰਦੈ ਹੈ। ਤੇ ਜਿਹੜਾ ਵੀ ਸਾਡੀ ਸ਼ਰਨ ਵਿੱਚ ਆਵੇਗਾ, ਅਸੀਂ ਇਹ ਨਹੀਂ ਵੇਖਾਂਗੇ ਵੀ ਇਹ ਖੱਤਰੀ ਹੈ ਕਿ ਬ੍ਰਾਹਮਣ ਹੈ ਕਿ ਸ਼ੂਦਰ ਹੈ ਕਿ ਵੈਸ਼ ਹੈ, ਕਿਹੜੀ ਜਾਤੀ ਦਾ, ਕਿਹੜੀ ਬਰਾਦਰੀ ਦਾ। ਜਿਹੜਾ ਭਾਵਨਾ ਦੇ ਨਾਲ ਆਵੇਗਾ, ਮਹਾਰਾਜ ਕਹਿਣ ਲੱਗੇ, ਉਹ ਜੋ ਮੰਗੇਗਾ, ਜੋ ਚਾਹੇਗਾ, ਉਹੀ ਉਸ ਨੂੰ ਪ੍ਰਾਪਤ ਹੋ ਜਾਣਾ ਹੈ। ਜਾਣੈ ਕਹੈ ਗੁਰੂ ਇਹ ਦੀਨੋ। ਸਾਡੇ ਸਿੱਖ ਐਸੇ ਹੋਣਗੇ, ਜਦੋਂ ਅਸੀਂ ਕੋਈ ਪਦਾਰਥ ਦੇਵਾਂਗੇ, ਉਹ ਇਹ ਕਹਿਣਗੇ ਮੈਂ ਨਹੀਂ, ਇਹ ਮੇਰੇ ਗੁਰੂ ਦਾ ਦਿੱਤਾ ਹੈ। ਤੁਹਾਨੂੰ ਅਸੀਂ ਰਾਜ ਦਿੰਦੇ ਤੇ ਤੁਸੀਂ ਰਾਜ ਲੈ ਕੇ ਵੀ ਨਹੀਂ ਸੀ ਕਹਿਣਾ ਗੁਰੂ ਨੇ ਦਿੱਤਾ, ਤੁਸੀਂ ਕਹਿਣਾ ਸੀ ਮੈਂ ਲਿਆ। ਸਾਡੇ ਸਿੱਖ ਇਹੋ ਜਿਹੇ ਹੋਣਗੇ, ਜੇ ਅਸੀਂ ਕੋਈ ਨਿੱਕੀ ਮੋਟੀ ਵਸਤੂ ਵੀ ਦੇਵਾਂਗੇ ਤੇ ਉਹ ਕਹਿਣਗੇ ਵੀ ਇਹ ਮੇਰੇ ਗੁਰੂ ਨੇ ਮੈਨੂੰ ਦਿੱਤੀ ਹੈ। ਇਹੋ ਜਿਹੇ ਸਾਡੇ ਸਿੱਖ ਹੋਣੇ ਹਨ। ਗੁਰ ਪ੍ਰਤਾਪ ਬਲ ਤੇ ਹਮ ਲੀਨੋ। ਉਹਨਾਂ ਨੇ ਇਹ ਗੱਲ ਕਹਿਣੀ ਹੈ ਵੀ ਗੁਰੂ ਦਾ ਪ੍ਰਤਾਪ, ਗੁਰੂ ਦੇ ਬਲ ਕਰਕੇ ਇਹ ਮੈਨੂੰ ਮਿਲਿਆ ਹੈ। ਕੋਈ ਵੀ ਪਦਾਰਥ ਮਿਲੇਗਾ, ਉਹ ਜਾਣਨਗੇ ਮੈਨੂੰ ਗੁਰੂ ਨੇ ਦਿੱਤਾ ਹੈ। ਐਸੇ ਮੇਰੇ ਸਿੱਖ ਹੋਣੇ ਹਨ। ਜਬ ਦੀਨਨ ਤੇ ਰਾਜ ਕਰਾਉ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਫਿਕਰ ਨਾ ਕਰੋ, ਜਿਨ੍ਹਾਂ ਨੂੰ ਤੁਸੀਂ ਅੱਜ ਗਰੀਬ, ਕੰਗਾਲ, ਮਾੜੇ, ਲਤਾੜੇ ਕਹਿੰਦੇ ਹੋ ਨਾ, ਇੱਕ ਸਮਾਂ ਆਵੇਗਾ ਇਹਨਾਂ ਗਰੀਬਾਂ ਦੇ ਕੋਲੋਂ ਅਸੀਂ ਬਾਦਸ਼ਾਹੀ ਕਰਵਾਵਾਂਗੇ, ਇਹਨਾਂ ਗਰੀਬਾਂ ਨੂੰ ਰਾਜ ਭਾਗ ਤੇ ਬਿਠਾਵਾਂਗੇ। 10ਵੇਂ ਪਾਤਸ਼ਾਹ ਦੇ ਬਚਨ ਨੇ, ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ। ਤੇ ਜਿਹੜੇ ਰਾਜੇ ਮਾਣ ਕਰਦੇ ਸਨ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਚਨ ਨਹੀਂ ਮੰਨਦੇ। ਜਦੋਂ 10ਵੇਂ ਪਾਤਸ਼ਾਹ ਮਹਾਰਾਜ ਨੇ ਬਾਬਾ ਬੰਦਾ ਸਿੰਘ ਦੇ ਥਾਪੜਾ ਦਿੱਤਾ ਨਾ ਪਿੱਠ ਦੇ ਉੱਪਰ, ਤਾਂ ਆਖਿਆ ਵੀ ਜਾਓ ਜਾ ਕੇ ਦੁਸ਼ਟਾਂ ਨੂੰ ਸੋਧੋ। ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਚੜ੍ਹੇ ਨਾ ਪਹਾੜੀਆਂ ਨੂੰ ਫੌਜ ਲੈ ਕੇ,
ਵੀ ਇਹ ਪਹਾੜੀ ਰਾਜੇ ਵੀ ਨਾਲ ਹੀ ਸਨ ਮੇਰੇ ਗੁਰੂ ਦੇ ਨਾਲ। ਇਹਨਾਂ ਨੇ ਵੀ ਰਾਤ ਨੂੰ ਮੇਰੇ ਗੁਰੂ ਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਕੱਢਿਆ ਜਦੋਂ ਮੀਂਹ ਪੈਂਦਾ ਪਿਆ ਸੀ। ਇਹਨਾਂ ਨੂੰ ਸੋਧਾ ਲਾਉਣਾ ਹੈ। ਜਦੋਂ ਫੌਜ ਲੈ ਕੇ ਚੜ੍ਹਿਆ, ਰੌਲਾ ਪੈ ਗਿਆ, ਹਾਏ ਬੰਦਾ ਆ ਗਿਆ, ਬੰਦਾ ਆ ਗਿਆ, ਬੰਦਾ ਆ ਗਿਆ। ਇੰਨੇ ਭੈ ਭੀਤ ਹੋਏ, ਕਿਸੇ ਦੀ ਹਿੰਮਤ ਨਹੀਂ, ਕਿਸੇ ਦੀ ਤਲਵਾਰ ਮਿਆਨ ਚੋਂ ਬਾਹਰ ਨਹੀਂ ਨਿਕਲੀ ਵੀ ਕੋਈ ਜੰਗ ਕਰੇ। ਮਾਇਆ ਦੇ ਭਰ ਭਰ ਕੇ ਵੱਡੇ ਵੱਡੇ ਬਸਤਰ ਭੇਟ ਕੀਤੇ, ਮਾਇਆ ਲੈ ਲਾ ਸਾਡੀ ਜਾਨ ਬਖਸ਼ ਦੇ। ਤੇ ਕਈ ਪਹਾੜੀਏ ਰਾਜੇ ਉਹ ਸਨ ਜਿਨ੍ਹਾਂ ਨੇ ਆਖਿਆ ਵੀ ਅਸੀਂ ਆਪਣੀ ਧੀ ਦਾ ਰਿਸ਼ਤਾ ਵੀ ਤੈਨੂੰ ਕਰ ਦਿੰਦੇ ਹਾਂ, ਤੈਨੂੰ ਜਵਾਈ ਬਣਾ ਲਵਾਂਗੇ, ਪਰ ਸਾਨੂੰ ਮਾਰੀ ਨਾ। ਜਿਸ ਗੁਰੂ ਨੂੰ ਇਹ ਆਮ ਸਮਝਦੇ ਨੇ, ਜਿਸ ਗੁਰੂ ਦੀ ਮਹਿਮਾ ਨਹੀਂ ਜਾਣਦੇ, ਸਤਿਗੁਰੂ ਕਹਿਣ ਲੱਗੇ ਸਮਾਂ ਆਵੇਗਾ ਅਸੀਂ ਰੰਕ ਨੂੰ, ਗਰੀਬ ਨੂੰ ਜਾਂ ਗਰੀਬਾਂ ਨੂੰ ਇਹੋ ਜਿਹਾ ਰਾਜ ਭਾਗ ਬਖਸ਼ਾਂਗੇ ਕਿ ਤੁਹਾਡੇ ਵਰਗਿਆਂ ਦੇ ਹੰਕਾਰ ਨੂੰ ਤੋੜ ਦੇਵੇਗਾ। ਤੇ ਬਾਬਾ ਬੰਦਾ ਸਿੰਘ ਬਹਾਦਰ ਗਰੀਬ ਹੀ ਹੈ ਨਾ, ਕੰਗਾਲ ਹੀ ਹੈ ਨਾ, ਸਾਧੂਆਂ ਦੀ ਮੰਡਲੀ ਦੇ ਨਾਲ ਭਗਵੇਂ ਪਾ ਕੇ ਬਸਤਰ ਰੱਖ ਕੇ ਜਟਾ ਤੇ ਤੁਰਿਆ ਫਿਰਿਆ, ਉਹ ਕਿਹੜਾ ਰਾਜ ਭਾਗ ਦਾ ਮਾਲਕ ਹੈ। ਪਰ ਜਦੋਂ 10ਵੇਂ ਪਾਤਸ਼ਾਹ ਦਾ ਥਾਪੜਾ ਮਿਲਿਆ ਤੇ ਕਹਿਣ ਲੱਗੇ, ਫਿਰ ਇਹੋ ਜਿਹਾ ਯੋਧਾ ਬਣਿਆ ਕਿ ਵੱਡੇ ਵੱਡੇ ਰਾਜੇ ਵੀ ਆ ਕੇ ਝੁਕਦੇ ਪਏ, ਡੋਲੇ ਪੇਸ਼ ਕਰਦੇ, ਖਿਲਤਾਂ ਪੇਸ਼ ਕਰਦੇ, ਮਾਫੀਆਂ ਮੰਗਦੇ ਪਏ। ਇਹ ਪ੍ਰਤਾਪ ਕਿਹਦਾ ਹੈ? ਇਹ ਪ੍ਰਤਾਪ 10ਵੇਂ ਪਾਤਸ਼ਾਹ ਦੇ ਅੰਮ੍ਰਿਤ ਦਾ ਹੈ। ਉਸ ਤੋਂ ਪਹਿਲਾਂ ਤੇ ਮਾਧੋ ਦਾਸ ਬੈਰਾਗੀ ਤੋਂ ਇੰਨਾ ਭੈ ਭੀਤ ਕੋਈ ਨਹੀਂ ਹੋਇਆ ਜਿੰਨਾ ਭੈ ਮਾਧੋ ਦਾਸ ਤੋਂ ਬੰਦਾ ਸਿੰਘ ਬਣਨ ਦੇ ਵਿੱਚ ਲੋਕਾਂ ਦੇ ਮਨ ਵਿੱਚ ਭੈ ਆਇਆ, ਡਰ ਆਇਆ। ਇਹ ਡਰ ਕਿਹਦਾ ਹੈ? ਇਹ ਭੈ ਕਿਹਦਾ ਹੈ? ਇਹ ਬਖਸ਼ਿਸ਼ਾਂ ਕਿਸ ਦੀਆਂ ਸਨ? ਇਹ ਧੰਨ 10ਵੇਂ ਪਾਤਸ਼ਾਹ ਦੀਆਂ ਬਖਸ਼ਿਸ਼ਾਂ। ਇਹ ਉਹਨਾਂ ਦਾ ਸਰੂਪ ਬਖਸ਼ਿਸ਼ ਕੀਤਾ ਹੋਇਆ ਹੈ। ਦੀਨ ਬੰਦ ਗੁਰ ਤਦਨ ਕਹਾਉ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਉਸ ਦਿਨ ਗੁਰੂ ਕਹਾਵਾਂਗੇ। ਕਿਹੜਾ ਗੁਰੂ ਕਹਾਵਾਂਗੇ? ਦੀਨ ਬੰਦ। ਦੀਨ ਨਾਮ ਗਰੀਬ ਦਾ ਤੇ ਬੰਦ ਨਾਮ ਰਿਸ਼ਤੇਦਾਰ ਦਾ। ਲੋਕ ਸਾਨੂੰ ਉਸ ਦਿਨ ਗਰੀਬਾਂ ਦਾ ਰਿਸ਼ਤੇਦਾਰ ਆਖਣਗੇ ਜਿਸ ਦਿਨ ਮੈਂ ਗਰੀਬਾਂ ਨੂੰ ਰਾਜ ਤਖਤ ਦੇ ਉੱਪਰ ਬਿਠਾ ਦਿਆਂਗਾ। ਇਹ 10ਵੇਂ ਪਾਤਸ਼ਾਹ ਦੇ ਬਚਨ ਨੇ ਪਹਾੜੀ ਰਾਜਿਆਂ ਨੂੰ। ਕਹਿਣ ਲੱਗੇ ਪਹਾੜੀਓ ਅੱਜ ਅੰਮ੍ਰਿਤ ਤੋਂ ਨਾ ਕੀਤੀ, ਉਹ ਤੁਹਾਡੀ ਮਾੜੀ ਕਿਸਮਤ ਹੈ, ਪਰ ਇੱਕ ਸਮਾਂ ਆਵੇਗਾ ਮੈਂ ਇਹਨਾਂ ਗਰੀਬਾਂ ਨੂੰ ਤਖਤ ਦੇਵਾਂਗਾ। ਜਦੋਂ ਇਹ ਤਖਤ ਤੇ ਬੈਠਣਗੇ ਲੋਕ ਆਖਣਗੇ ਗੁਰੂ ਗਰੀਬ ਨਵਾਜ ਹੈ। ਗਰੀਬ ਨਵਾਜ ਗੁਸਾਈਆਂ ਮੇਰਾ ਮੱਥ ਹੈ ਛਤਰਤਰ। ਐਸੀ ਬਖਸ਼ਿਸ਼ ਉਦੋਂ ਲੋਕੀ ਜਾਣਨਗੇ ਅਸੀਂ ਕਿਹੜੀ ਦਾਤ ਦੇਣ ਵਾਸਤੇ ਆਏ ਹਾਂ। ਰੰਕਨ ਕੇ ਸਿਰ ਪਰ ਕਰ ਧਾਰੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਗਰੀਬ ਹੋਣਗੇ ਉਹਨਾਂ ਦੇ ਸਿਰ ਦੇ ਉੱਪਰ ਮਿਹਰ ਦਾ ਹੱਥ ਅਸੀਂ ਰੱਖਾਂਗੇ। ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਕੇ। ਕਾਰਜ ਪੂਰਾ। ਜਿਨ੍ਹਾਂ ਦੇ ਸਿਰ ਤੇ ਗੁਰੂ ਖੜ ਜਾਵੇ, ਜਿਨ੍ਹਾਂ ਦੇ ਸਿਰ ਤੇ ਮਿਹਰ ਦਾ ਹੱਥ ਗੁਰੂ ਰੱਖ ਦੇਵੇ, ਤੇ ਫਿਰ ਉਹਨਾਂ ਦੇ ਕਾਰਜ ਕਿਵੇਂ ਨਹੀਂ ਪੂਰੇ ਹੋਣਗੇ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦ੍ਰਿੜਾਇਆ। ਐਸੀਆਂ ਦਾਤਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨਾਂ ਗਰੀਬਾਂ ਦੇ ਸਿਰ ਤੇ ਇਹੋ ਜਿਹਾ ਮਿਹਰ ਦਾ ਹੱਥ ਰੱਖਾਂਗੇ, ਇਹਨਾਂ ਨੂੰ ਬਾਦਸ਼ਾਹ ਬਣਾ ਕੇ ਦੁਨੀਆ ਵਿੱਚ ਪ੍ਰਸਿੱਧ ਕਰ ਦਿਆਂਗੇ। ਸ਼੍ਰੀ ਅਸਕੇਤ ਚਰਨ ਪਰ ਡਾਰੋਂ। ਅਤੇ ਫਿਰ ਇਹ ਬਚਨ ਨਹੀਂ ਕੀਤਾ ਕਿ ਮੈਂ ਆਪਣੇ ਨਾਲ ਜੋੜ ਲਵਾਂਗਾ। ਅੱਜ ਕੋਈ ਨਿੱਕਾ ਮੋਟਾ ਪਖੰਡੀ ਸਾਧ ਉੱਠਦਾ ਨਾ, ਨਿੱਕਾ ਜਿਹਾ ਡੇਰਾ ਬਣਾ ਲੈਂਦਾ, 4 ਚੇਲੇ ਰੱਖ ਲੈਂਦਾ। ਬੇਨਤੀ ਹੈ ਕਿ ਚੁੱਪ ਦਾ ਦਾਨ ਜੇ ਆਪਾਂ ਥੋੜਾ ਸਮਾਂ ਬਖਸ਼ਿਸ਼ ਕਰੀਏ ਤੇ ਬਚਨ ਕੰਨਾਂ ਵਿੱਚ ਪੈ ਜਾਣਗੇ, ਭਲਾ ਹੋ ਜਾਏਗਾ। ਫਿਰ ਪੜੋ। ਜਾਂ ਤੇ ਹੋਨਹਾਰ ਤੁਮ ਪ੍ਰੇਰੇ। ਸ੍ਰੀ ਅਸਕੇਤ ਚਰਨ ਪਰ ਡਾਰੋ। ਅੱਜ ਕੋਈ ਨਿੱਕਾ ਮੋਟਾ ਕੋਈ ਸਾਧ ਬਾਬਾ ਪੈਦਾ ਹੋ ਜਾਵੇ ਤੇ ਉਹਦੇ ਚੇਲੇ ਜਿਹੜੇ ਨੇ ਨਾ ਯਤਨ ਕਰਦੇ ਨੇ ਵੀ ਇਹ ਵਿਅਕਤੀ ਜਿਹੜਾ ਮੇਰੇ ਬਾਬੇ ਨਾਲ ਜੁੜੇ। ਕਿੰਨੇ ਡੇਰੇ ਬਣੇ, ਉਹਨਾਂ ਡੇਰਿਆਂ ਦੇ ਕਿੰਨੇ ਚੇਲੇ ਬਣੇ। ਚੇਲੇ ਸਮਾਗਮ ਵੀ ਕਰਦੇ ਆ ਕੇ, ਵੱਖ-ਵੱਖ ਗੁਰਦੁਆਰਿਆਂ ਵਿੱਚ ਵੀ ਕਰਨਗੇ, ਧਾਰਮਿਕ ਸਥਾਨਾਂ 'ਤੇ ਜਾ ਕੇ ਕਰਨਗੇ, ਪਰ ਅਖੀਰ ਵਿੱਚ ਬਚਨ ਕੀ ਕਰਨਾ? ਉੱਥੇ ਆ ਸਾਡੇ ਬਾਬੇ ਦੇ ਕੋਲ, ਉੱਥੇ ਡੇਰੇ 'ਚ ਫਲਾਣੇ ਦਿਨ ਮੇਲਾ ਲੱਗਦਾ। ਸਾਰਾ ਕੁਝ ਪ੍ਰਤਾਪ ਗੁਰੂ ਗ੍ਰੰਥ ਸਾਹਿਬ ਦਾ। ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹ ਦੇਣਗੇ, ਕੀਰਤਨ ਵੀ ਕਰ ਦੇਣਗੇ, ਕਥਾ ਵੀ ਸੁਣਾ ਦੇਣਗੇ, ਦੀਵਾਨ ਵੀ ਲਾ ਦੇਣਗੇ, ਪਰ ਅਖੀਰ ਵਿੱਚ ਜਦੋਂ ਮੱਖੀਆਂ ਦਾ ਸ਼ਹਿਦ ਇਕੱਠਾ ਹੋ ਜਾਵੇ ਚੋਈ ਦਾ ਨਾ, ਫਿਰ ਚੋਈ ਚਾਹੁੰਦਾ ਉਹ ਆ ਜਿਹਦੇ ਹੱਥ ਵਿੱਚ ਹੋਵੇ।
ਤੇ ਪਹਿਲਾਂ ਮੱਖੀਆਂ ਵਿਚਾਰੀਆਂ ਉੱਡ ਉੱਡ ਕੇ ਫੁੱਲਾਂ ਤੋਂ ਮਹਿ ਇਕੱਠਾ ਕਰਦੀਆਂ, ਸ਼ਹਿਦ ਇਕੱਠਾ ਕਰਦੀਆਂ, ਰਸ ਇਕੱਠਾ ਕਰਦੀਆਂ। ਉਹ ਰਸ ਇਕੱਠਾ ਕਰਨ ਵਾਸਤੇ ਆਉਂਦੇ ਵੱਖ-ਵੱਖ ਥਾਵਾਂ 'ਤੇ ਦੀਵਾਨ ਲਾ ਕੇ। ਜਦੋਂ ਵੇਖਿਆ ਵੀ ਹੁਣ ਸੰਗਤ ਜੁੜ ਗਈ ਹੈ, ਇਸ ਦਿਨ ਨੂੰ ਪੁੰਨਿਆ ਮੱਸਿਆ ਤੇ ਉੱਥੇ ਆਇਓ ਮੇਰੇ ਕੋਲ ਜਾਂ ਮੇਰੇ ਬਾਬੇ ਕੋਲ ਆਇਓ, ਉੱਥੇ ਤੁਹਾਨੂੰ ਇਹ ਕੁਝ ਮਿਲੇਗਾ। ਨਿੱਕੇ ਤੋਂ ਨਿੱਕਾ ਮੋਟਾ ਸਾਧ ਵੀ ਆਪਣਾ ਪ੍ਰਚਾਰ ਕਰਦਾ ਚੇਲੇ ਰੱਖ ਕੇ। ਧੰਨ ਦਸਵੇਂ ਪਾਤਸ਼ਾਹ ਕਹਿਣ ਲੱਗੇ, ਮੈਂ ਗਰੀਬਾਂ ਦੇ ਸਿਰ 'ਤੇ ਹੱਥ ਰੱਖਾਂਗਾ, ਗਰੀਬਾਂ ਨੂੰ ਰਾਜ ਵੀ ਦਿਵਾਵਾਂਗਾ। ਰਾਜ ਦਿਵਾਉਣ ਤੋਂ ਮਗਰੋਂ ਲੋਕ ਮੈਨੂੰ ਦੀਨਾ ਬੰਧੂ ਕਹਿਣਗੇ, ਗਰੀਬਾਂ ਦਾ ਸੰਬੰਧੀ। ਪਰ ਅੱਗੇ ਜਾ ਕੇ ਬਚਨ ਇਹ ਕੀਤਾ, ਕਹਿਣ ਲੱਗੇ ਮੈਂ ਆਪਣੇ ਸਿੱਖਾਂ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਲਾਵਾਂਗਾ। ਇਹ ਨਹੀਂ ਕਿਹਾ ਵੀ ਮੈਂ ਆਪਣੇ ਚਰਨਾਂ ਨਾਲ ਹੀ ਜੋੜ ਲਵਾਂਗਾ, ਮੈਨੂੰ ਮੰਨੀ ਜਾਓ, ਮੈਨੂੰ ਪੂਜੀ ਜਾਓ। ਨਹੀਂ, ਮੈਂ ਆਪਣੇ ਸਿੱਖਾਂ ਨੂੰ ਉਹਦੇ ਨਾਲ ਜੋੜਾਂਗਾ ਜਿਹਦੇ ਨਾਲ ਮੈਂ ਖੁਦ ਜੁੜਿਆ ਹੋਇਆ। ਬਚਨ ਆਪਾਂ ਇਹ ਸਰਵਣ ਕਰਦੇ ਪਏ ਸੀ ਕਿ ਕੋਈ ਨਿੱਕਾ ਮੋਟਾ ਵੀ ਸੰਤ ਬਣ ਜਾਂਦਾ ਹੈ, ਉਹਦੇ ਚੇਲੇ ਯਤਨ ਕਰਦੇ ਨੇ ਦੁਨੀਆ ਮੇਰੇ ਸੰਤ ਨਾਲ ਜੁੜੇ। ਪਰ ਧੰਨ ਦਸਵੇਂ ਪਾਤਸ਼ਾਹ ਨੇ ਆਪਣੇ ਨਾਲ ਨਹੀਂ, ਕਹਿਣ ਲੱਗੇ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਮੈਂ ਨਹੀਂ ਕੁਝ ਵੀ ਕਿਹਾ, ਜੋ ਕੁਝ ਕਿਹਾ ਉਹ ਤੁਸੀਂ ਕਿਹਾ, ਤੁਸੀਂ ਕਹਾਇਆ ਤੇ ਮੈਂ ਤਾਂ ਕਿਹਾ। ਮੈਂ ਇਹਨਾਂ ਸਿੱਖਾਂ ਨੂੰ ਪਰਮੇਸ਼ਰ ਦੇ ਚਰਨਾਂ ਦੇ ਉੱਪਰ ਲਾ ਦਿਆਂਗਾ, ਉਹਦੇ ਨਾਲ ਜੁੜਾਂਗਾ, ਅਕਾਲ ਪੁਰਖ ਦੀ ਪ੍ਰਾਪਤੀ ਦੇ ਰਾਹ ਇਹਨਾਂ ਨੂੰ ਪਾਵਾਂਗਾ, ਇਹ ਉਹਦੀ ਪ੍ਰਾਪਤੀ ਵਾਲੇ ਹੋਣਗੇ। ਜਾਂ ਤੇ ਹੋਨਹਾਰ ਤੁਮ ਪ੍ਰੇਰੇ। ਉਸ ਵੇਲੇ ਰਾਜਿਆਂ ਨੇ ਥੋੜ੍ਹਾ ਜਿਹਾ ਪਛਚਾਤਾਪ ਕੀਤਾ ਹੈ ਬਚਨ ਸੁਣ ਕੇ, ਵੀ ਮਹਾਰਾਜ ਤੇ ਰਾਜ ਵੀ ਦੇਣ ਲੱਗੇ ਸੀ, ਆ ਬਖਸ਼ਿਸ਼ਾਂ ਕਰਨ ਲੱਗੇ, ਅਸੀਂ ਤੇ ਰਹਿ ਗਏ। ਜਦੋਂ ਥੋੜ੍ਹਾ ਜਿਹਾ ਪਛਚਾਤਾਪ ਕੀਤਾ, ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਇਹ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਅਸੀਂ ਅੰਮ੍ਰਿਤ ਵੱਖਰਾ ਛਕਣਾ, ਅਸੀਂ ਕੇਸ ਨਹੀਂ ਰੱਖਾਂਗੇ, ਅਸਲ ਵਿੱਚ ਇਹ ਹੋਣੀ ਨੇ ਤੁਹਾਨੂੰ ਪ੍ਰੇਰ ਕੇ ਤੁਹਾਡੇ ਕੋਲੋਂ ਇਹ ਗੱਲਾਂ ਕਹਾਈਆਂ ਨੇ, ਕਿਉਂਕਿ ਰੱਬ ਨੇ ਕਰਨਾ ਹੀ ਇੱਦਾਂ ਸੀ। ਅਸੀਂ ਤੇ ਚਾਹੁੰਦੇ ਸੀ ਵੀ ਤੁਹਾਡੇ ਤੇ ਬਖਸ਼ਿਸ਼ ਕਰ ਦਈਏ, ਪਰ ਤੁਹਾਡੇ ਜਿਹੜੀ ਕਰਮਾਂ ਵਿੱਚ ਦਾਤ ਨਾ ਹੋਵੇ। ਕਰਮਾਂ ਬਿਨਾ ਨਹੀਂ, ਵਿਣ ਕਰਮਾਂ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਕਰਮਾਂ ਬਿਨਾ ਕੁਝ ਨਹੀਂ। ਮਹਾਰਾਜ ਕਹਿਣ ਲੱਗੇ ਤੁਹਾਡੇ ਕਰਮਾਂ 'ਚ ਇਹ ਵਸਤੂ ਹੈ ਨਹੀਂ ਸੀ, ਤਾਂ ਤੁਹਾਡੇ ਮੂੰਹ ਵਿੱਚੋਂ ਇਹ ਗੱਲਾਂ ਨਿਕਲੀਆਂ ਹਨ। ਭਲੋ ਆਪਨੋ ਨਾਹੇ ਨਾ ਹੇਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਰਮਾਂ ਵਿੱਚ ਨਹੀਂ ਤੇ ਤੁਸੀਂ ਆਪਣਾ ਭਲਾ ਨਹੀਂ ਵੇਖ ਸਕੇ ਜਾਂ ਭਲਾ ਨਹੀਂ ਕਰ ਸਕੇ ਹੋ। ਲਿਹ ਖਾਲਸਾ ਰਾਜ ਤਿਹਾਰੋ। ਤੇ ਸਤਿਗੁਰਾਂ ਨੇ ਫਿਰ ਭਜਨ ਕੀਤੇ, ਕਹਿਣ ਲੱਗੇ ਭਜਨ ਪੱਲੇ ਬੰਨ ਲਿਓ ਪਹਾੜੀ ਰਾਜਿਓ, ਇੱਕ ਸਮਾਂ ਆਵੇਗਾ ਸਾਡਾ ਖਾਲਸਾ ਤੁਹਾਡੇ ਕੋਲੋਂ ਰਾਜ ਖੋਹ ਲਵੇਗਾ। ਇਹ ਤੁਹਾਡਾ ਰਾਜ ਭਾਗ ਇੱਕ ਵੇਲੇ ਸਾਡੇ ਖਾਲਸੇ ਦੀ ਜਗੀਰ ਹੋਵੇਗਾ। ਜਿਹੜੀਆਂ ਬਖਸ਼ਾਂ ਅਸੀਂ ਤੁਹਾਨੂੰ ਦੇਣੀਆਂ ਚਾਹੁੰਦੇ, ਉਹ ਹੁਣ ਬਖਸ਼ਾਂ ਅਸੀਂ ਆਪਣੇ ਖਾਲਸੇ ਨੂੰ ਬਖਸ਼ਾਂਗੇ। ਪਛਤਹਿ ਹੋ ਅਬ ਨਹੀਂ ਸੰਭਾਰੋ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੁਣ ਤੁਹਾਡੇ ਕੋਲ ਪਛਤਾਵਾ ਰਹਿ ਗਿਆ, ਬਚਨ ਸੰਭਾਲ ਨਹੀਂ ਸਕੇ ਤੇ ਹੁਣ ਇਹ ਬਚਨ ਮੁੜਨਾ ਨਹੀਂ। ਮਹਾਂਪੁਰਖ ਦੀ ਜ਼ੁਬਾਨ ਚੋਂ ਨਿਕਲਿਆ ਬਚਨ ਤੇ ਕਮਾਨ ਵਿੱਚੋਂ ਚੱਲਿਆ ਤੀਰ ਤੇ ਪੁਲ ਥੱਲਿਓਂ ਲੰਘਿਆ ਪਾਣੀ, ਕਹਿੰਦੇ ਵਾਪਸ ਨਹੀਂ ਮੁੜਦਾ। ਸਤਿਗੁਰੂ ਕਹਿੰਦੇ ਹੁਣ ਪਛਤਾਵਾ ਰਹਿ ਗਿਆ ਤੁਹਾਡੇ ਕੋਲ, ਪਛਤਾ ਲਓ ਵੀ ਅਸੀਂ ਬਚਨ ਮੰਨ ਲੈਂਦੇ ਤੇ ਚੰਗੇ ਰਹਿ ਜਾਂਦੇ, ਪਰ ਪਛਤਾਉਣ ਤੋਂ ਬਿਨਾਂ ਹੁਣ ਤੁਹਾਡੇ ਕੋਲ ਕੁਝ ਨਹੀਂ ਹੈ। ਇਤਿਆਦਿਕ ਕਹਿਬੋ ਅਰ ਸੁਣਵੋ। ਇਹ ਬਚਨ ਮਹਾਰਾਜ ਨੇ ਗੁਰਮੁਖੋ ਪਹਾੜੀ ਰਾਜੇ ਸਾਹਮਣੇ ਬੈਠੇ ਹੋਏ ਸਾਰਿਆਂ ਦੇ ਸਾਹਮਣੇ ਐ ਚੰਗੀ ਤਰ੍ਹਾਂ ਟਣਕਾ ਕੇ ਖੜਕਾ ਕੇ ਸੁਣਾ ਕੇ ਬਚਨ ਸਾਰਿਆਂ ਦੇ ਸਾਹਮਣੇ ਆਖੇ ਹਨ। ਭਇਓ ਭਲੇ ਤਦੀ ਆਪਨਹਿ ਮਨਵੋ। ਕਹਿਣ ਲੱਗੇ ਤਦ ਵੀ ਨਾ ਮੰਨੇ, ਹੋਣਾ ਤੇ ਭਲਾ ਸੀ ਪਰ ਆਪਣੇ ਭਲੇ ਨੂੰ ਇਹ ਮੰਨ ਨਹੀਂ ਸਕੇ ਹਨ। ਕਿਤਕ ਸਮੇਂ ਦਰਸ਼ਨ ਕੋ ਕਰਿਓ। ਕੁਝ ਸਮਾਂ ਮਹਾਰਾਜ ਦੇ ਕੋਲ ਬੈਠੇ ਦਰਸ਼ਨ ਕਰਦੇ ਹਨ। ਪੁੰਨ ਕਰ ਜੋਰ ਉਠਨ ਚਿਤ ਧਰਿਓ। ਇਹਨਾਂ ਵੇਖਿਆ ਵੀ ਹੁਣ ਆਪਾਂ ਖਾਲੀ ਰਹਿ ਗਏ, ਹੁਣ ਕੁਝ ਮਿਲਿਆ ਨਹੀਂ, ਤੇ ਫਿਰ ਮਨ ਕੀਤਾ ਵੀ ਹੁਣ ਚਲੇ ਚੱਲੀਏ। ਕੁਝ ਸਮਾਂ ਤੇ ਬੈਠੇ ਰਹੇ ਵੀ ਚਲੋ ਮਾਫੀ ਮੰਗ ਲੈਂਦੇ ਆ, ਕੁਝ ਨਾ ਕੁਝ ਤੇ ਮਿਲ ਜਾਏਗਾ। ਜਦੋਂ ਵੇਖਿਆ ਵੀ ਨਹੀਂ ਗੱਲ ਹੁਣ ਬੰਨੀ ਨਹੀਂ, ਹੁਣ ਬਹਿਣ ਦਾ ਕੀ ਫਾਇਦਾ ਹੈ, ਉਸ ਵੇਲੇ ਉੱਠ ਕੇ ਜਾਣ ਵਾਸਤੇ ਮਨ ਬਣਾਇਆ ਹੈ। ਬੰਧਨ ਕਰ ਗਮਨੇ ਨਿਜ ਡੇਰੇ। ਸਤਿਗੁਰਾਂ ਨੂੰ ਟੇਕਿਆ ਮੱਥਾ, ਕਹਿਣ ਲੱਗੇ ਮਹਾਰਾਜ ਫਿਰ ਆਗਿਆ ਦਿਓ, ਅਸੀਂ ਆਪੋ ਆਪਣੇ ਡੇਰੇ ਨੂੰ ਆਪੋ ਆਪਣੇ ਰਾਜ ਭਾਗ ਨੂੰ ਜਾਣਾ ਕਰੀਏ। ਕਰਤ ਵਿਚਾਰਨ ਬਚਨ ਵਡੇਰੇ। ਤੇ ਸਤਿਗੁਰਾਂ ਦੇ ਬਚਨ ਸੋਚਦੇ ਜਾਂਦੇ ਰਸਤੇ ਵਿੱਚ, ਚੱਲ ਤੇ ਪੈ। ਮਹਾਰਾਜ ਨੇ ਆਖਿਆ ਜਾਓ ਭਾਈ ਤੁਹਾਡੀ ਮਰਜ਼ੀ ਹੈ, ਜਿੱਥੇ ਮਰਜ਼ੀ ਜਾਓ।
ਜਾਂਦੇ ਪਏ ਵਾਪਸ, ਪਰ ਸੋਚਦੇ ਪਏ ਵੀ ਜੇ ਅਸੀਂ ਮੰਨ ਲੈਂਦੇ ਤੇ ਸਾਨੂੰ ਲਾਭ ਹੋਣਾ ਹੈ। ਰੰਗ ਅਜਾਇਬ ਕੀ ਕਰ ਬਾਤ, ਅਨੇਕ ਤਰ੍ਹਾਂ ਦੇ ਮਹਾਰਾਜ ਦੇ ਕੌਤਕ ਨੇ ਗੁਰਮੁਖੋ, ਉਹਨਾਂ ਕੌਤਕਾਂ ਦੀਆਂ ਗੱਲਾਂ ਕਰਦੇ ਹਨ। ਭਇਓ ਗੁਰੂ ਕੁਛ ਔਰੇ ਭਾਂਤ, ਕਹਿਣ ਲੱਗੇ ਵੀ ਇਹ ਗੁਰੂ ਤੇ ਕੁਝ ਹੋਰ ਭਾਂਤ ਦਾ ਹੋ ਗਿਆ। ਆਪਾਂ ਆਮ ਹੀ ਕਹਿ ਦਿੰਦੇ, ਜਿਹੜਾ ਬੰਦਾ ਤਾਂ ਆਪਣਾ ਮਤਲਬ ਕਰੇ ਪੂਰਾ, ਆਪਾਂ ਆਖਦੇ ਬੜਾ ਹੀ ਚੰਗਾ, ਤੇ ਜਿਹੜਾ ਅੱਗੋਂ ਸੱਚੀ ਖਰੀ ਗੱਲ ਕਰੇ ਆਪਾਂ ਆਖਦੇ ਵੀ ਇਹ ਠੀਕ ਨਹੀਂ ਬੰਦਾ ਲੱਗਦਾ, ਉਹਦੇ ਫਿਰ ਆਪਾਂ ਵਿਰੋਧੀ ਹੋ ਜਾਈਦਾ। ਇਹ ਹੁਣ ਰਾਜਿਆਂ ਨੂੰ ਰਾਜ ਨਹੀਂ ਮਿਲਿਆ, ਜੋ ਲੈਣਾ ਚਾਹੁੰਦੇ ਮਿਲਿਆ ਨਹੀਂ। ਹੁਣ ਰਸਤੇ ਵਿੱਚ ਗੱਲਾਂ ਕਰਦੇ ਜਾਂਦੇ, ਕਹਿਣ ਲੱਗੇ ਗੁਰੂ ਤੇ ਹੋਰ ਹੀ ਸਮਝਿਆ, ਗੁਰੂ ਹੋਰ ਹੀ ਕੋਈ ਨਿਕਲ ਆਇਆ। ਅਸੀਂ ਤੇ ਕੁਝ ਹੋਰ ਸਮਝਿਆ ਸੀ ਵੀ ਗੁਰੂ ਭੋਲਾ ਭਾਲਾ ਹੋਵੇਗਾ, ਗੁਰੂ ਨੂੰ ਕਿਹੜਾ ਕੋਈ ਰਾਜਨੀਤੀ ਆਉਂਦੀ ਹੈ, ਨਾ ਗੁਰੂ ਕੋਲ ਕੋਈ ਤਾਕਤ ਹੈ, ਹੱਥ ਵਿੱਚ ਮਾਲਾ ਫੜੀ ਹੋਣੀ ਹੈ, ਰਾਮ ਰਾਮ ਕਰਦਾ ਹੋਵੇਗਾ, ਪਰ ਗੁਰੂ ਤੇ ਗਲ ਵਿੱਚ ਤਲਵਾਰ ਪਾਈ ਬੈਠਾ ਤੇ ਰਾਜਨੀਤੀ ਦੀਆਂ ਗੱਲਾਂ ਕਰਦਾ, ਭਵਿੱਖ ਦੀਆਂ ਗੱਲਾਂ ਕਰਦਾ। ਗੁਰੂ ਸਮਝਿਆ ਕੁਝ ਹੋਰ ਹੈ, ਪਰ ਗੁਰੂ ਨਿਕਲਿਆ ਕੁਝ ਹੋਰ ਹੈ। ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਇਹ ਰਾਜੇ ਆਪੋ ਆਪਣੀਆਂ ਫੌਜਾਂ ਲੈ ਕੇ ਤੁਰੇ ਜਾਂਦੇ ਹਨ। ਦੋਹਰਾ ਜਥਾ ਧਨੀ ਨਿਜ ਦਰਬ ਕੋ, ਸਾਧਨ ਸੋਧਨ ਕੀਨ। ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ, ਜਿਵੇਂ ਸੋਧ ਸਾਧ ਕਰਦਾ ਹੈ, ਭਾਵ ਚੰਗੀ ਤਰ੍ਹਾਂ ਵਿਚਾਰਦਾ ਹੈ। ਜਿਵੇਂ ਕੋਈ ਬੰਦਾ ਧਨੀ ਹੋਵੇ ਨਾ, ਧਨ ਵਾਲਾ, ਮਾਇਆ ਵਾਲਾ, ਤੇ ਉਹ ਫਿਰ ਆਪਣੀ ਮਾਇਆ ਨੂੰ ਚੰਗੀ ਤਰ੍ਹਾਂ ਸਾਂਭਦਾ ਹੈ, ਸੰਭਾਲਦਾ ਹੈ, ਤੇ ਕਿਵੇਂ ਖਰਚਾ ਕਰਨਾ, ਕਿਵੇਂ ਲਾਭ ਲੈਣਾ, ਕਿਵੇਂ ਆਮਦਨ ਲੈਣੀ ਹੈ, ਕਿਵੇਂ ਅੱਗੇ ਕਾਰੋਬਾਰ ਨੂੰ ਵਧਾਉਣਾ, ਉਹ ਬੜੀ ਚੰਗੇ ਤਰੀਕੇ ਨਾਲ ਸੋਚ ਕੇ ਅੱਗੇ ਚੱਲਦਾ ਹੈ। ਘਾਟ ਬਾੜ ਕੋ ਸਮਝ ਕੇ ਕਹੂੰ ਲੀਨ ਕਹੂੰ ਦੀਨ, ਤੇ ਉਹ ਸਮਝਦਾ ਹੈ, ਬਾਣੀਆਂ ਬੈਠਾ ਹੱਟ ਦੇ ਉੱਪਰ ਸਮਝਦਾ ਵੀ ਕਿਹੜਾ ਬੰਦਾ ਕਿੰਨੇ ਪੈਸੇ ਲੈ ਗਿਆ, ਕਿਹੜਾ ਕਿੰਨੇ ਦੇ ਗਿਆ, ਕਿਸ ਬੰਦੇ ਕੋਲੋਂ ਮੈਨੂੰ ਕਿੰਨੀ ਵਿਆਜ ਆਉਣੀ ਹੈ, ਕਿਹਦੇ ਕੋਲੋਂ ਕਿੰਨਾ ਮੈਨੂੰ ਘਾਟਾ ਹੈ, ਲਾਭ ਹੈ। ਉਹ ਆਪਣੀ ਜਿਹੜੀ ਮਾਇਆ ਹੈ ਉਹਦਾ ਚੰਗਾ ਹਿਸਾਬ ਕਿਤਾਬ ਰੱਖਦਾ ਵੀ ਲਾਭ ਕਿੱਥੋਂ ਮਿਲੇਗਾ, ਘਾਟਾ ਕਿੱਥੋਂ ਪਵੇਗਾ, ਔਰ ਪੂਰਾ ਉਹਨੇ ਵਹੀ ਖਾਤੇ ਉੱਪਰ ਲਿਖਿਆ ਹੁੰਦਾ। ਕਹਿਣ ਲੱਗੇ ਇਸੇ ਤਰ੍ਹਾਂ ਇਹ ਰਾਜੇ ਨਾ ਧਨਾੜ ਵਿਅਕਤੀ ਦੇ ਵਾਂਗ ਨੇ, ਰਸਤੇ ਵਿੱਚ ਹਿਸਾਬ ਕਿਤਾਬ ਕਰਦੇ ਜਾਂਦੇ ਵੀ ਕੀ ਘਾਟਾ ਖਾ ਕੇ ਤੇ ਕੀ ਲਾਭ ਲੈ ਕੇ ਆਏ ਹਾਂ। ਚੌਪਈ ਤਿਉ ਕਲਗੀ ਧਰ ਲੱਗਹਿ ਸੰਭਾਰਨ, ਕਲਗੀਧਰ ਪਾਤਸ਼ਾਹ ਜੀ ਇਸ ਤਰ੍ਹਾਂ ਸੰਭਾਲਦੇ ਹਨ। ਸੰਗਤ ਚੌਦਿਸ਼ ਕੀ ਜਿਸ ਪਾਰਨ, ਸਤਿਗੁਰਾਂ ਦੇ ਕੋਲ ਚਾਰ ਚਫੇਰਿਓਂ ਸੰਗਤਾਂ ਆਉਂਦੀਆਂ, ਅੰਤ ਕੋਈ ਨਹੀਂ। ਕਾਰਦਾਰ ਲਖ ਬੜੇ ਮਸੰਦ, ਸਤਿਗੁਰਾਂ ਦੇ ਕੋਲ ਤਕਰੀਬਨ 42 ਸਾਲ ਦੀ ਉਮਰ ਆ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਨੇ ਸਰੀਰ ਕਰਕੇ ਮਾਣੀ ਹੈ। 42 ਸਾਲ ਦੀ ਉਮਰ ਸਰੀਰ ਕਰਕੇ ਮਹਾਰਾਜ ਦੀ ਹੋਈ ਹੈ, ਪਰ ਇੰਨੀ ਉਮਰਾਂ ਦੇ ਵਿੱਚ ਕੰਮ ਮਹਾਰਾਜ ਨੇ ਕਈ ਕਰਨੇ ਨੇ, ਦਿਨੇ ਰਾਤ ਲੱਗੇ ਹੋਏ ਮਹਾਰਾਜ। ਇਕੱਲਾ ਇਹ ਨਹੀਂ ਵੀ ਖਾਲਸਾ ਪੰਥੀ ਸਾਜਣਾ, ਕਈ ਬੁਰਾਈਆਂ ਖਤਮ ਕਰਨੀਆਂ, ਕਈ ਬੁਰੇ ਲੋਕਾਂ ਨੂੰ ਵੀ ਖਤਮ ਕਰਨਾ, ਕਈ ਨਵੇਂ ਨਵੇਂ ਆਵਿਸ਼ਕਾਰ ਵੀ ਕਰਨੇ ਮਹਾਰਾਜ ਨੇ। ਉਮਰਾਂ ਬੜੀ ਥੋੜ੍ਹੀ ਹੈ ਸਰੀਰ ਦੀ, ਔਰ ਕੰਮ ਬੜੇ ਜ਼ਿਆਦੇ ਨੇ। ਸਤਿਗੁਰੂ ਦਿਨੇ ਰਾਤ ਕੋਈ ਨਵੇਂ ਤੋਂ ਨਵਾਂ ਕੌਤਕ ਵਰਤਾਉਂਦੇ ਮਹਾਰਾਜ ਜੀ ਨਾ। ਜਿਵੇਂ ਕਹਿਣ ਲੱਗੇ ਕੋਈ ਧਨੀ ਬੰਦਾ ਆਪਣੀ ਮਾਇਆ ਸਾਂਭ ਕੇ ਰੱਖਦਾ, ਉਹਨੂੰ ਖਰਚਦਾ, ਉਹਦੇ ਕੋਲੋਂ ਲਾਭ ਲੈਂਦਾ ਬੜੇ ਤਰੀਕੇ ਨਾਲ। ਦਸਵੇਂ ਪਾਤਸ਼ਾਹ ਮਹਾਰਾਜ ਦੀ ਸੰਗਤ ਹੀ ਸਭ ਤੋਂ ਵੱਡਾ ਖਜ਼ਾਨਾ ਹੈ। ਮਹਾਰਾਜ ਜੀ ਆਪਣੀ ਸੰਗਤ ਨੂੰ ਬੜਾ ਸਾਂਭ ਕੇ ਰੱਖਦੇ, ਔਰ ਜਿਵੇਂ ਇੱਕ ਮਾਲੀ ਪੌਦੇ ਨੂੰ ਪਾਲਦਾ ਨਾ, ਪਾਣੀ ਦੇ ਕੇ, ਖਾਦ ਪਾ ਕੇ, ਉਜਾੜਨ ਵਾਲੇ ਪਸ਼ੂਆਂ ਤੋਂ ਬਚਾ ਕੇ ਬੂਟੇ ਨੂੰ ਵੱਡਾ ਕਰਦਾ। ਇਹ ਜਿਹੜੀ ਸਿੱਖ ਸੰਗਤ ਮਹਾਰਾਜ ਦਾ ਬਾਗ ਹੈ, ਤੇ ਸਤਿਗੁਰੂ ਮਾਲੀ ਨੇ, ਪਾਲਦੇ ਪਏ ਨੇ, ਹਰੇਕ ਤਰਫ ਤੋਂ ਰੱਖਿਆ ਕਰਦੇ ਪਏ, ਔਰ ਹਰੇਕ ਗੁਣ ਬਖਸ਼ਿਸ਼ ਕਰਦੇ ਪਏ। ਇੰਨਾ ਜ਼ਿਆਦਾ ਧਿਆਨ ਮਹਾਰਾਜ ਸੰਗਤ ਵੱਲ ਦਿੰਦੇ ਹਨ। ਕਾਰਦਾਰ ਲਖ ਬੜੇ ਮਸੰਦ, ਮਹਾਰਾਜ ਦੇ ਵੱਡੇ ਵੱਡੇ ਜਿਹੜੇ ਮਸੰਦ ਨੇ ਉਹ ਸਾਰੇ ਕੰਮ ਕਰਦੇ ਹਨ। ਇਨ ਪਿੱਛੇ ਸਗਰੇ ਸਿੱਖ ਬ੍ਰਿੰਦ, ਅੱਗੇ ਮਸੰਦ ਹੈ, ਪਿੱਛੇ ਸੰਗਤ ਹੈ। ਮੰਨ ਲਓ ਵੀ ਇੱਕ ਇਲਾਕੇ ਦਾ ਇੱਕ ਜਥੇਦਾਰ ਬਣਾਇਆ, ਸਾਰੀ ਸੰਗਤ ਉਹਦਾ ਕਹਿਣਾ ਮੰਨਦੀ ਹੈ, ਤੇ ਉਹ ਮਸੰਦ ਅੱਗੇ ਗੁਰੂ ਦਾ ਕਹਿਣਾ ਮੰਨਦਾ ਹੈ। ਲਿਖੇ ਹੁਕਮਨਾਮੇ ਸਭ ਥਾਨ, ਸਤਿਗੁਰਾਂ ਨੇ ਨਾ ਫਿਰ ਗੁਰਮੁਖੋ ਹੁਕਮਨਾਮਾ ਲਿਖਿਆ। ਇੱਥੇ ਮਹਾਰਾਜ ਕੌਤਕ ਰਚਾਉਣ ਲੱਗੇ ਨੇ। ਨਵੀਂ ਇੱਕ ਘਟਨਾ ਜਿਹੜੀ ਇਤਿਹਾਸ ਵਿੱਚੋਂ ਸਾਨੂੰ ਸੁਣਨ ਨੂੰ ਮਿਲੇਗੀ, ਨਵੀਂ ਇੱਕ ਸਾਖੀ। ਮਹਾਰਾਜ ਨੇ ਕੀ ਕੀਤਾ, ਸੰਗਤ ਨੂੰ ਹੁਕਮਨਾਮਾ ਲਿਖਿਆ ਹੈ। ਪੁਰਬ ਵਸੋਏ ਕੋ ਵੱਡ ਜਾਨ, ਗੁਰਮੁਖੋ ਵਸੋਇਆ ਕਹਿੰਦੇ ਵਿਸਾਖੀ ਨੂੰ। ਵਿਸਾਖੀ ਦਾ ਮੇਲਾ ਅੱਜ ਵੀ ਵੱਡੀ ਗਿਣਤੀ ਵਿੱਚ ਮਨਾਇਆ ਜਾਂਦਾ। ਗੁਰੂ ਸਾਹਿਬਾਨ ਦੇ ਟਾਈਮ 'ਤੇ ਵੀ ਵਿਸਾਖੀ ਨੂੰ ਬੜਾ ਵੱਡਾ ਮੇਲਾ, ਜੋੜ ਮੇਲਾ ਸੰਗਤ ਦਾ ਕਰਵਾਇਆ ਜਾਂਦਾ।
ਸਤਿਗੁਰਾਂ ਨੇ ਹੁਕਮਨਾਮਾ ਲਿਖਿਆ, ਕਹਿਣ ਲੱਗੇ ਵਿਸਾਖੀ ਦਾ ਜਿਹੜਾ ਮੇਲਾ ਹੈ ਸਭ ਮੈਂ ਦਰਸ਼ਨ ਸਤਿਗੁਰ ਕੇ ਸਾਰੀਆਂ ਦਰਸ਼ਨ। ਸੰਗਤਾਂ ਉੱਤਰ ਦੱਖਣ ਪੂਰਬ ਪੱਛਮ ਜਿੱਥੇ ਵੀ ਕੋਈ ਰਹਿਣ ਵਾਲਾ ਸਾਰੀ ਸੰਗਤ ਅਨੰਦਪੁਰ ਸਾਹਿਬ ਆਵੇ। ਇਹ ਚਿੱਠੀ ਲਿਖੀ ਮਹਾਰਾਜ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ, ਜਿੱਥੇ ਜਿੱਥੇ ਕੋਈ ਗੁਰੂ ਨਾਨਕ ਦਾ ਸਿੱਖ ਰਹਿੰਦਾ ਹੈ, ਇਸ ਵਾਰੀ ਵਿਸਾਖੀ ਤੇ ਸਾਰੇ ਆਉਣਾ ਕਰਨਾ। ਸੰਗ ਸੰਗਤਾਂ ਲੈ ਮਸੰਦ ਗਨ। ਮਸੰਦਾਂ ਨੂੰ ਲਿਖਿਆ, ਮਸੰਦੋ ਆਪੋ ਆਪਣੇ ਇਲਾਕੇ ਦੀ ਸੰਗਤ ਨੂੰ ਲੈ ਕੇ ਪਿੰਡਾਂ ਵਿੱਚ ਹੋਕਾ ਦੇ ਦਿਓ, ਚੌਂਕੀਦਾਰਾਂ ਦੇ ਕੋਲੋਂ ਢੰਡੋਰਾ ਪਟਵਾ ਦਿਓ, ਅਨਾਉਂਸਮੈਂਟ ਕਰ ਦਿਓ ਢੋਲ ਵਜਾ ਕੇ ਇਲਾਕਿਆਂ ਦੇ ਵਿੱਚ ਵੀ ਇਸ ਵਿਸਾਖੀ ਤੇ ਵੱਧ ਤੋਂ ਵੱਧ ਸੰਗਤ ਅਨੰਦਪੁਰ ਸਾਹਿਬ ਪਹੁੰਚਣਾ ਕਰੇ। ਦੇਸ਼ ਵਿਦੇਸ਼ਨ ਲਿਖੇ ਪਠਾਏ। ਸਤਿਗੁਰਾਂ ਨੇ ਹੁਕਮਨਾਮਾ ਲਿਖ ਕੇ ਆਪਣੇ ਵੱਲੋਂ ਇੱਕ ਪੈਗਾਮ ਸੁਨੇਹਾ ਲਿਖ ਕੇ ਦੂਰ ਤੇ ਨੇੜੇ, ਵੱਡੇ ਪਿੰਡਾਂ ਵਿੱਚ, ਛੋਟੇ ਪਿੰਡਾਂ ਵਿੱਚ, ਜਿੱਥੇ ਜਿੱਥੇ ਵੀ ਸੰਗਤਾਂ ਵਸਦੀਆਂ, ਇਹ ਮਹਾਰਾਜ ਨੇ ਚਿੱਠੀਆਂ ਭੇਜੀਆਂ ਹਨ। ਸਭ ਹਨ ਕੋ ਗੁਰੂ ਹੁਕਮ ਸੁਨਾਏ। ਸਾਰਿਆਂ ਨੂੰ ਹੁਕਮ ਸੁਣਾਇਆ ਗਿਆ ਵੀ 10ਵੇਂ ਪਾਤਸ਼ਾਹ ਦਾ ਫਰਮਾਨ ਆਇਆ, ਭਾਈ ਜਿਹੜਾ ਜਿੱਥੇ ਵੀ ਰਹਿੰਦਾ ਛੇਤੀ ਨਾਲ ਅਨੰਦਪੁਰ ਸਾਹਿਬ ਪਹੁੰਚਣਾ ਕਰੇ। ਸੁਣ ਸਿੱਖਨ ਕੈ ਹਰਖ ਸੋ ਹੋਏ। ਜਦੋਂ ਸਿੱਖਾਂ ਨੇ ਵੇਖਿਆ ਨਾ ਮਹਾਰਾਜ ਦਾ ਬੁਲਾਵਾ ਆਇਆ, ਬੜਾ ਚਾਅ, ਬੜੀ ਖੁਸ਼ੀ ਹੈ ਮਨ ਵਿੱਚ ਵੀ ਸਾਨੂੰ ਸਤਿਗੁਰਾਂ ਨੇ ਸੱਦਿਆ ਹੈ। ਗੁਰਦਰਸ਼ਨ ਜਬ ਦਿਵਸ ਵਸੋਏ। ਇਸ ਵਾਰੀ ਅਸੀਂ ਜਾਵਾਂਗੇ, ਜਦੋਂ ਹੋਵੇਗਾ ਨਾ ਵਿਸਾਖੀ ਦਾ ਦਿਹਾੜਾ, ਤੇ ਮਹਾਰਾਜ ਦੇ ਦਰਸ਼ਨ ਕਰਾਂਗੇ। ਕਰਤ ਪ੍ਰਤੀਖਨ ਸੋ ਦਿਨ ਆਵਾ। ਗੁਰਮੁਖੋ ਦਿਨ ਜਦੋਂ ਕੋਈ ਮਿਥਿਆ ਜਾਂਦਾ ਨਾ, ਉਹ ਫਿਰ ਦਿਨ ਝੱਟ ਹੀ ਆ ਜਾਂਦਾ। ਹੁਣ ਵਿਸਾਖੀ ਦਾ ਦਿਨ ਮਿਥਿਆ ਸੀ, ਪੋਟਿਆਂ ਤੇ ਗਿਣਦਿਆਂ ਗਿਣਦਿਆਂ ਦਿਨ ਲੰਘ ਗਏ। ਉਹ ਦਿਨ ਆ ਗਿਆ ਜਿਹੜਾ ਦਿਨ ਮਹਾਰਾਜ ਨੇ ਆਖਿਆ ਵਿਸਾਖੀ ਦਾ ਦਿਨ ਨੇੜੇ ਆ ਗਿਆ ਹੈ। ਚਲਵੇ ਹਿਤ ਸਭ ਮਨ ਲਲਚਾਵਾ। ਸਾਰਿਆਂ ਦੇ ਮਨ ਵਿੱਚ ਬੜੀ ਖੁਸ਼ੀ ਹੈ ਵੀ ਚਲੋ ਬਹਾਨਾ ਮਿਲਿਆ 10ਵੇਂ ਪਾਤਸ਼ਾਹ ਦੇ ਦਰਸ਼ਨ ਕਰੀਏ। ਨਿਜ ਨਿਜ ਸੰਗ ਸੰਗਤਾਂ ਬ੍ਰਿੰਦ। ਮਸੰਦ ਜਿਹੜੇ ਸਨ ਆਪੋ ਆਪਣੀ ਸੰਗਤ, ਹੁਣ ਮਸੰਦਾਂ ਵਿੱਚ ਵੀ ਹੋੜ ਲੱਗੀ ਹੈ, ਮੈਂ ਵੱਧ ਸੰਗਤ ਲੈ ਕੇ ਜਾਵਾਂ, ਮੈਂ ਵਿਖਾ ਸਕਾਂ ਵੀ ਮਹਾਰਾਜ ਮੇਰੇ ਨਾਲ ਇੰਨੇ ਲੋਕ ਨੇ। ਦੂਜਾ ਆਂਦਾ ਮੈਂ ਵੱਧ ਹੋਰ ਲੈ ਕੇ ਜਾਵਾਂ, ਤੀਜਾ ਕਹਿੰਦਾ ਮੈਂ ਵੱਧ ਲੈ ਕੇ ਜਾਵਾਂ। ਇਹ ਮਸੰਦ ਆਪੋ ਆਪਣੀ ਸੰਗਤ ਲੈ ਕੇ ਆਏ ਹਨ। ਮਗ ਆਨੰਦਪੁਰ ਚਲੇ ਮਸੰਦ। ਤੇ ਇਹ ਆਨੰਦਪੁਰ ਸਾਹਿਬ ਦੇ ਰਸਤੇ ਤੇ ਚੱਲ ਪਏ। ਕੋਈ ਕਸ਼ਮੀਰ ਤੋਂ ਆਉਂਦਾ ਪਿਆ, ਕੋਈ ਮੁਲਤਾਨ ਤੋਂ ਆਉਂਦਾ ਪਿਆ, ਕੋਈ ਕਾਬਲ ਤੋਂ ਚੱਲ ਪਿਆ, ਇਸੇ ਤਰ੍ਹਾਂ ਕੋਈ ਮਥੁਰਾ ਤੋਂ, ਕੋਈ ਅਯੁੱਧਿਆ ਤੋਂ, ਕੋਈ ਕਰਨਾਟਕਾ ਤੋਂ, ਕੋਈ ਬਿਦਰ ਤੋਂ, ਕੋਈ ਪਟਨੇ ਤੋਂ, ਵੱਖ-ਵੱਖ ਇਲਾਕਿਆਂ ਤੋਂ ਚੱਲੇ ਹਨ। ਅਧਿਕ ਦਰਬ ਨਿਜ ਗ੍ਰਹਿ ਪਹੁੰਚਾਏ। ਅਤੇ ਇਹਨਾਂ ਨੇ ਬਹੁਤੀ ਮਾਇਆ ਜਿਹੜੀ ਹੈ ਨਾ ਉਹ ਇਕੱਠੀ ਕਰਕੇ ਦੇਨ ਹੇਤ ਗੁਰ ਅਲਪ ਸੁਲਿਆਏ। ਤੇ ਸਤਿਗੁਰਾਂ ਵਾਸਤੇ ਥੋੜੀ ਲੈ ਕੇ, ਮਸੰਦ ਜਿਹੜੇ ਸਨ ਮਾਇਆ ਇਕੱਠੀ ਕਰ ਲਈ ਬਹੁਤੀ, ਪਰ ਮਹਾਰਾਜ ਵਾਸਤੇ ਥੋੜੀ ਲੈ ਕੇ ਆਏ ਹਨ। ਆਪਸ ਮੈਂ ਮਸੰਦ ਮਿਲ ਗਏ। ਇਹ ਮਸੰਦ ਸਾਰੇ ਇਕੱਠੇ ਹੋ ਗਏ। ਭਾਵੇਂ ਕਿ ਥੋੜਾ ਸਮਾਂ, ਕੁਝ ਸਾਲ ਪਹਿਲਾਂ ਮਹਾਰਾਜ ਨੇ ਦੇਹਰਾਦੂਨ ਦੀ ਧਰਤੀ ਤੇ ਕੁਝ ਮਸੰਦਾਂ ਨੂੰ ਸਜ਼ਾ ਵੀ ਦਿੱਤੀ ਹੈ, ਪਰ ਅਜੇ ਵੀ ਇਹ ਸਿੱਧੇ ਨਹੀਂ ਹੋਏ। ਕਹਿਣ ਲੱਗੇ ਵੀ ਆਪਸ ਵਿੱਚ ਇੱਕ ਦੂਜੇ ਨਾਲ ਮਿਲੇ ਹੋਏ ਹਨ। ਚੋਰ ਚੋਰ ਸਭ ਇਕੱਠੇ ਭਏ। ਇਹ ਜਿੰਨੇ ਸਾਰੇ ਮਸੰਦ ਨੇ ਆਪਸ ਵਿੱਚ ਇਕੱਠੇ ਨੇ, ਮਿਲ ਕੇ ਹੀ ਜੋ ਇਹਨਾਂ ਨੇ ਦਾ ਪੇਚ ਕਰਨਾ ਇਕੱਠੇ ਹੋ ਕੇ ਕਰਦੇ ਹਨ। ਨਹੀਂ ਤਰਾਸ ਗੁਰ ਕੋ ਉਰ ਧਰੈ। ਇਹਨਾਂ ਦੇ ਮਨ ਵਿੱਚ ਗੁਰੂ ਦਾ ਕੋਈ ਡਰ ਨਹੀਂ ਹੈ। ਹਮਰੇ ਬਿਨ ਬੈਠੇ ਕਿਆ ਕਰੈ। ਇਹਨਾਂ ਦੇ ਮਨ ਵਿੱਚ ਹੰਕਾਰ ਇਹ ਹੈ ਵੀ ਜੇ ਅਸੀਂ ਆ ਤੇ ਗੁਰੂ ਤਾਂ ਹੈ, ਜੇ ਅਸੀਂ ਨਾ ਹੋਈਏ ਤੇ ਗੁਰੂ ਹੋ ਹੀ ਨਹੀਂ ਸਕਦਾ। ਮਤਲਬ ਇਹ ਹੈ ਵੀ ਸੰਗਤ ਮੇਰੇ ਨਾਲ ਜੁੜੀ ਹੈ, ਮੈਂ ਸੰਗਤ ਲੈ ਕੇ ਆਉਂਦਾ ਹਾਂ ਤੇ ਗੁਰੂ ਨੂੰ ਦੱਸਦਾ ਸੰਗਤ ਨੂੰ ਵੀ ਸੰਗਤ ਜੀ ਇਹ ਗੁਰੂ ਹੈ। ਜੇ ਮੈਂ ਨਾ ਦੱਸਾਂ ਸੰਗਤ ਨੂੰ ਪਤਾ ਨਹੀਂ ਲੱਗਣਾ, ਸੰਗਤ ਨੂੰ ਪਤਾ ਨਹੀਂ ਲੱਗਣਾ ਤੇ ਗੁਰੂ ਨੂੰ ਕਿਸੇ ਨਹੀਂ ਜਾਣਨਾ। ਇਹ ਗੁਰੂ ਸਾਡੇ ਕਰਕੇ ਜਾਣਿਆ ਜਾਂਦਾ ਹੈ। ਦਰਬ ਸਕੇਲੇ ਹਮ ਫਿਰ ਸਾਰੇ। ਤੇ ਫਿਰ ਅਸੀਂ ਮਿਹਨਤ ਬੜੀ ਕਰਦੇ ਹਾਂ ਤੇ ਗੁਰੂ ਜਿਹੜਾ ਉਹ ਬੈਠਾ ਹੀ ਇੱਥੇ ਆਪਣੇ ਆਨੰਦ ਲੈਂਦਾ ਹੈ। ਹਰ ਪਹਿ ਗੁਰ ਕੇ ਜਾਏ ਅਗਾਰੇ। ਅਤੇ ਫਿਰ ਅਸੀਂ ਗੁਰੂ ਨੂੰ ਜਾ ਕੇ ਸਭ ਕੁਝ ਦਿੰਦੇ ਔਰ ਦੱਸਦੇ ਵੀ ਹਾਂ ਵੀ ਸੰਗਤ ਇਹ ਗੱਲ ਕਹਿੰਦੀ ਹੈ। ਮੋਹ ਮਹਾ ਮਨ ਧਾਰਿਓ ਭਰਮ। ਇਹਨਾਂ ਦੇ ਮਨ ਵਿੱਚ ਮੋਹ ਤੇ ਭਰਮ ਪੈਦਾ ਹੋ ਗਏ ਹਨ। ਭਰਮ ਭਇਓ ਤਬ ਨਾਸ਼ਿਓ ਧਰਮ। ਤੇ ਕਹਿਣ ਲੱਗੇ ਜਦੋਂ ਭਰਮ ਪੈਦਾ ਹੋ ਜਾਵੇ ਫਿਰ ਧਰਮ ਨਹੀਂ ਰਹਿ ਜਾਂਦਾ। ਜਿੱਥੇ ਧਰਮ ਹੈ ਉੱਥੇ ਭਰਮ ਨਹੀਂ, ਜਿੱਥੇ ਭਰਮ ਪੈਦਾ ਹੋ ਗਿਆ ਉੱਥੇ ਧਰਮ ਨਹੀਂ ਰਹਿੰਦਾ। ਇਹਨਾਂ ਦੇ ਮਨ ਵਿੱਚ ਭਰਮ ਪੈਦਾ ਹੋ ਗਿਆ ਵੀ ਗੁਰੂ ਦੀ ਪੂਜਾ ਅਸੀਂ ਕਰਵਾਉਂਦੇ ਹਾਂ, ਅਸੀਂ ਨਾ ਕਰਵਾਈਏ ਗੁਰੂ ਨੂੰ ਜਾਣੇਗਾ ਕੋਈ ਨਹੀਂ। ਇਹ ਭਰਮ ਪੈਦਾ ਹੋਣ ਕਰਕੇ ਧਰਮ ਮੁੱਕ ਗਿਆ ਹੈ। ਧਰਮ ਛੁੱਟੇ ਬੇਮੁਖ ਹੋਏ ਗਏ। ਇਹ ਬੇਮੁਖ ਹੋ ਗਿਆ ਗੁਰੂ ਤੋਂ। ਜਿੰਨੇ ਵੀ ਮਸੰਦ ਨੇ ਗੁਰੂ ਤੋਂ ਬੇਮੁਖ ਹੋ ਗਿਆ, ਮੁਖ ਇਹਨਾਂ ਗੁਰੂ ਵੱਲ ਨਹੀਂ ਰੱਖਿਆ। ਲੋਕ ਪਰਲੋਕ ਨਾਸ਼ ਸੁਖ ਕਏ। ਇਹਨਾਂ ਨੇ ਆਪਣਾ ਲੋਕ ਤੇ ਪਰਲੋਕ ਜਿਹੜਾ ਉਹ ਸਾਰਾ ਨਾਸ਼ ਕਰ ਲਿਆ, ਸੁਖ ਨਾਸ਼ ਹੋ ਗਏ ਹਨ। ਕਾਲ ਕਰਮ ਕੋ ਮੇਟ ਨ ਸਕੇ। ਪਰ ਕਹਿਣ ਲੱਗੇ ਵੀ ਜੋ ਕਰਮ ਲਿਖਿਆ ਹੋਵੇ ਨਾ, ਕਾਲ ਪਰਮਾਤਮਾ ਦੇ ਵੱਲੋਂ
ਜਿਹੜਾ ਕਰਮ ਲਿਖਿਆ ਜਾਂਦਾ ਉਹਨੂੰ ਕੋਈ ਮੇਟ ਨਹੀਂ ਸਕਦਾ ਹੈ। ਆਨ ਨਰਨ ਜਿਮ ਗੁਰ ਕੋ ਤਾਕੇ। ਕਹਿਣ ਲੱਗੇ ਵੀ ਇਹ ਆਮ ਗੁਰੂ ਦੇ ਆਮ ਲੋਕਾਂ ਦੇ ਵਾਂਗ ਹੀ ਗੁਰੂ ਨੂੰ ਤੱਕਦੇ। ਕਰਮ ਹੀ ਇਹੋ ਜਿਹਾ ਹੋ ਗਿਆ ਭਰਮ ਦਾ ਵੀ ਜਿਵੇਂ ਆਪਾਂ ਆਮ ਬੰਦਾ ਕਹਿੰਦੇ ਨੇ ਵੀ ਆਹ ਬੰਦਾ ਆਮ ਮੇਰੇ ਵਰਗਾ ਹੀ ਹੈ, ਇਹ ਮਸੰਦ ਗੁਰੂ ਗੋਬਿੰਦ ਸਿੰਘ ਨੂੰ ਵੀ ਇੱਕ ਆਮ ਬੰਦਾ ਹੀ ਸਮਝਣ ਲੱਗ ਪਿਆ ਵੀ ਜਿਵੇਂ ਦੇ ਅਸੀਂ ਬੰਦੇ ਆ ਉਵੇਂ ਦਾ ਹੀ ਗੁਰੂ ਇੱਕ ਬੰਦਾ ਹੀ ਹੈ, ਇੱਕ ਸਰੀਰ ਹੀ ਹੈ ਸਾਡੇ ਵਰਗਾ। ਸਾਡੇ ਵਿੱਚੋਂ ਗੁਰੂ ਵਿੱਚ ਕੋਈ ਫਰਕ ਨਹੀਂ ਹੈ, ਗੁਰੂ ਵਿੱਚ ਕੋਈ ਸ਼ਕਤੀ ਨਹੀਂ ਹੈ, ਗੁਰੂ ਵਿੱਚ ਕੋਈ ਤਾਕਤ ਨਹੀਂ ਹੈ, ਗੁਰੂ ਵੀ ਇੱਕ ਇਨਸਾਨੀ ਸਰੀਰ ਹੈ ਸਾਡੇ ਵਰਗਾ। ਇਸ ਤਰ੍ਹਾਂ ਇਹਨਾਂ ਦੀ ਸੋਚ ਬਣ ਗਈ ਹੈ। ਅੰਤਰਜਾਮੀ ਨੇ ਸਭ ਜਾਣਿਓ। ਸਤਿਗੁਰੂ ਜਾਣਦੇ ਨੇ। ਅਸੀਂ ਘਰੋਂ ਚੱਲੇ ਆ ਨਾ ਮੱਥਾ ਟੇਕਣ ਵਾਸਤੇ, ਘਰੋਂ ਚੱਲਣ ਵੇਲੇ ਅਸੀਂ ਕੀ ਸੋਚਿਆ, ਕੀ ਮੰਗਣਾ ਹੈ, ਕੀ ਲੈਣਾ ਹੈ, ਕੀ ਕਹਿਣਾ ਹੈ, ਕੀ ਵੇਖਣਾ ਹੈ, ਕੀ ਕਰਨਾ, ਉਹ ਗੁਰੂ ਨੂੰ ਪਹਿਲਾਂ ਪਤਾ ਹੈ। ਬਚਨ ਆਪਾਂ ਪੜ੍ਹਦੇ ਹਾਂ, ਬਿਨ ਬੋਲਿਆ ਬੋਲਣ ਦੀ ਲੋੜ ਨਹੀਂ ਹੈ। ਸ਼ਬਦ ਤੇ ਅਸੀਂ ਜਿੰਨੇ ਮਰਜ਼ੀ ਲੰਮੇ ਕਰੀ ਚੱਲੀਏ, ਅਰਦਾਸ ਭਾਵੇਂ ਤੂੰ ਪੌਣੇ ਘੰਟੇ ਦੀ ਕਰ ਲਾ ਤੇ ਭਾਵੇਂ 5 ਮਿੰਟਾਂ ਦੀ ਕਰ ਲਾ, ਅਰਦਾਸ ਦੇ ਵਿੱਚ ਸ਼ਬਦਾਂ ਦੀ ਮੁਤਾਜਗੀ ਕੋਈ ਨਹੀਂ ਹੈ, ਜਾਂ ਸ਼ਬਦਾਂ ਦੇ ਪਹਿਰਿਆਂ ਦੀ ਗਿਣਤੀ ਨਹੀਂ ਹੈ, ਕਿੰਨੇ ਪਹਿਰੇ ਪੜ੍ਹੇ, ਕਿੰਨੇ ਬੋਲੇ। ਹੁਣ ਮੱਖਣ ਸ਼ਾਹ ਲੁਬਾਣੇ ਨੂੰ ਕਿਹੜਾ ਅਰਦਾਸ ਕਰਨੀ ਆਉਂਦੀ ਹੈ? ਨਾ ਹੀ ਉਦੋਂ ਅਰਦਾਸ ਲਿਖੀ ਗਈ ਜਿਹੜੀ ਆਪਾਂ ਕਰਦੇ ਹਾਂ। ਉਹਨੂੰ ਅਰਦਾਸ ਕਰਨੀ ਨਹੀਂ ਆਉਂਦੀ, ਪਰ ਉਹਨੂੰ ਇਹ ਲਫ਼ਜ਼ ਕੁਝ ਬੇਨਤੀ ਕਰਨੀ ਆਈ ਵੀ ਮਹਾਰਾਜ ਮੇਰਾ ਤੇ ਤੂੰ ਹੀ ਹੈ। ਇੰਨਾ ਹੀ ਬਚਨ ਪ੍ਰਵਾਨ ਹੋ ਗਿਆ। ਅਸੀਂ ਭਾਵੇਂ ਜਿੰਨੇ ਮਰਜ਼ੀ ਸ਼ਬਦ ਵਿੱਚ ਪੜ੍ਹਦੇ ਰਹੀਏ, ਜਿੰਨਾ ਮਰਜ਼ੀ ਕਿਸੇ ਨੂੰ ਖੁਸ਼ ਕਰਦੇ ਰਹੀਏ, ਇਹ ਗੱਲਾਂ ਹੀ ਨੇ, ਭਾਵਨਾ ਨੂੰ ਫਲ ਲੱਗਣਾ। ਰੋਹ ਵਿਚਾਰ ਅਸੀਂ ਕੀ ਸੋਚਦੇ ਹਾਂ ਗੁਰੂ ਨੂੰ ਦੱਸਣ ਤੋਂ ਬਿਨਾਂ ਹੀ ਪਤਾ ਹੈ। ਭਾਵੇਂ ਅਸੀਂ ਅਰਦਾਸ ਲੰਮੀ ਕਰੀਏ, ਛੋਟੀ ਕਰੀਏ, ਮੂੰਹ ਵਿੱਚ ਕਰ ਲਈਏ, ਨਾ ਵੀ ਕਰੀਏ ਤਾਂ ਵੀ ਉਹਨੂੰ ਪਤਾ। ਦੱਸਿਆ ਉਹਨੂੰ ਜਾਂਦਾ ਜਿਹਨੂੰ ਪਤਾ ਨਾ ਹੋਵੇ। ਜੇ ਦੱਸਣਾ ਹੀ ਪਵੇ ਤਾਂ ਫਿਰ ਅੰਤਰਜਾਮੀ ਕਾਹਦਾ ਹੋਇਆ? ਉਹਨੂੰ ਤਾਂ ਆਖਿਆ ਜਾਂਦਾ ਅੰਤਰਜਾਮੀ ਪੁਰਖ ਵਿਦਾਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਾਣ ਲਿਆ ਵੀ ਇਹ ਮਸੰਦ ਤੇ ਸਾਨੂੰ ਇੱਕ ਆਮ ਬੰਦਾ ਹੀ ਸਮਝਦੇ ਵੀ ਜਿਵੇਂ ਦੇ ਅਸੀਂ ਉਵੇਂ ਦੇ ਮਹਾਰਾਜ ਹਨ। ਦਰਬ ਮਸੰਦਨ ਮਨ ਬਿਰਮਾਨਿਓ। ਤੇ ਇਹ ਧੰਨ ਕਰਕੇ ਇਹਨਾਂ ਦੇ ਮਨ ਜਿਹੜੇ ਉਸ ਵੇਲੇ ਭਰਮ ਗਏ ਹਨ। ਮਮ ਸੰਗਤ ਕੋ ਸੰਕਟ ਦੇਤ। ਤੇ ਸਾਡੀਆਂ ਸੰਗਤਾਂ ਨੂੰ ਇਹ ਸੰਕਟ ਦਿੰਦੇ, ਦੁੱਖ ਦਿੰਦੇ, ਇਹ ਮਹਾਰਾਜ ਜਾਣਦੇ ਹਨ। ਜਿਉਂ ਕਿਉਂ ਕਰ ਧਨ ਕੋ ਹਿਰਲੇ। ਤੇ ਜਿਵੇਂ ਕਿਵੇਂ ਕਰਕੇ ਇਹ ਧਨ ਲੈਂਦੇ ਔਰ ਸੰਗਤ ਨੂੰ ਦੁੱਖ ਦਿੰਦੇ। ਹੁਣ ਮਹਾਰਾਜ ਸਭ ਕੁਝ ਜਾਣ ਗਏ। ਜਿਵੇਂ ਆਪਾਂ ਪਿੱਛੇ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਸੀ ਨਾ ਵੀ ਇੱਕ ਬਲਾਕਾ ਦਾਸ ਨਾਮ ਦਾ ਇੱਕ ਸਿੱਖ ਹੋਇਆ, ਭਾਈ ਬਲਾਕਾ, ਢਾਕੇ ਦੇ ਰਹਿਣ ਵਾਲਾ, ਬੜੀ ਮਹਿੰਗੀ ਪਾਲਕੀ ਬਣਾ ਕੇ ਭੇਜੀ। ਤੇ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਅੱਗ ਲਾ ਦਿਓ। ਕਈ ਸਿੱਖ ਸਿਆਣੇ ਸਿੱਖ ਸਿਆਣੀ ਉਮਰਾਂ ਦੇ ਹੈਰਾਨ ਹੋ ਗਏ, ਇੰਨੀ ਮਹਿੰਗੀ ਪਾਲਕੀ ਮਹਾਰਾਜ ਸਾੜਨ ਕਿਉਂ ਲੱਗੇ? ਪਰ ਮਹਾਰਾਜ ਵਿਖਾਉਣਾ ਚਾਹੁੰਦੇ ਵੀ ਇਹਦੇ ਵਿੱਚ ਗੱਲ ਕੀ ਹੈ। ਜਦੋਂ ਸਾੜੀ ਗਈ ਤੇ ਮਹਾਰਾਜ ਨੇ ਸੁਨਿਆਰੇ ਨੂੰ ਮੰਗਾਇਆ, ਕਹਿਣ ਲੱਗੇ ਸੋਨਾ ਲੱਭ ਇਹਦੇ ਵਿੱਚੋਂ ਕਿੰਨਾ? ਉਹ ਕੁਝ ਕੋਈ ਰਤੀਆਂ ਮਾਸੇ ਕਹਿ ਲਈਏ ਜਾਂ ਕੁਝ ਕੋਈ ਤੋਲੇ ਨਿਕਲਿਆ। ਜਿੰਨਾ ਵਹੀ ਦੇ ਉੱਪਰ ਲਿਖ ਕੇ ਮਹਾਰਾਜ ਨੂੰ ਦੱਸਿਆ ਗਿਆ ਉਹਨਾਂ ਨਹੀਂ ਨਿਕਲਿਆ, ਉਹਦੇ ਤੋਂ ਕਈ ਗੁਣਾ ਹੀ ਘੱਟ ਨਿਕਲਿਆ। ਮੰਨ ਲਓ ਵੀ 100 ਤੋਲੇ ਕਿਹਾ ਹੋਵੇਗਾ ਤੇ 5 ਹੀ ਨਿਕਲਿਆ ਜਾਂ 10 ਹੀ ਨਿਕਲਿਆ। ਫਿਰ ਸਿੱਖਾਂ ਨੂੰ ਉਹ ਗੱਲ ਸਮਝ ਆਈ ਵੀ ਮਹਾਰਾਜ ਨੇ ਕੰਮ ਕਿਉਂ ਕਰਵਾਇਆ। ਹੁਣ ਇਹ ਜਿਹੜੇ ਮਸੰਦ ਨੇ ਇਹ ਕੀ ਕਰਦੇ ਨੇ? ਇਹ ਝੂਠ ਕਿਵੇਂ ਬੋਲਦੇ ਨੇ? ਕਿਹੜੀ ਕਿਹੜੀ ਇਹਨਾਂ ਨੇ ਗਲਤੀ ਗੁਨਾਹ ਕੀਤੀ ਉਹ ਮਹਾਰਾਜ ਸੰਗਤ ਵਿੱਚ ਕੱਢ ਕੇ ਵਿਖਾਉਣਗੇ ਅਤੇ ਫਿਰ ਸਜ਼ਾ ਵੀ ਦੇਣਗੇ ਔਰ ਫਿਰ ਸੰਗਤਾਂ ਨੂੰ ਉਪਦੇਸ਼ ਵੀ ਦੇਣਗੇ। ਕਿਵੇਂ ਕਿਵੇਂ ਪ੍ਰਸੰਗ ਅੱਗੇ ਵਧੇਗਾ, ਮਹਾਰਾਜ ਕੀ ਕੌਤਕ ਰਚਦੇ ਨੇ। ਚੇਤੋ ਨਾਮ ਦਾ ਮਸੰਦ ਕਿਵੇਂ ਪੇਸ਼ ਹੁੰਦਾ ਹੈ, ਇਹ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਕਤਹਿ ਨਾ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਾਹਿਬ ਜੀ। ਤੁਦੇ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ